ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਜੇਸ਼ ਮਹਿਰਾ। ਅੱਜ ਇੱਕ ਬੜੇ ਅਹਿਮ ਮੁੱਦੇ ਤੇ ਚਰਚਾ ਕਰਾਂਗੇ ਜਿਹੜਾ ਕਿ ਸਾਡੇ ਦੇਸ਼ ਨਾਲ ਜੁੜਿਆ ਹੋਇਆ। ਲੱਦਾਖ ਦੀ ਘਾਟੀ ਗਲਵਾਨ ਦੇ ਵਿੱਚ ਖੂਨੀ ਸੰਘਰਸ਼ ਹੋਇਆ। ਚਾਈਨਾ ਨੇ ਛੜਯੰਤਰ ਰਚ ਕੇ ਭਾਰਤ ਨਾਲ ਦਗਾ ਕੀਤਾ। ਅਸੀਂ ਅੱਜ ਤੋਂ ਬਾਅਦ ਇੱਕ ਦਗਾਵਾਦ ਪੜੋਸੀ ਦੇਸ਼ ਕਵਾਂਗੇ। ਇਸ ਦਗਾਬਾਜ਼ ਪੜੋਸੀ ਦੇਸ਼ ਨੇ ਪਹਿਲਾਂ ਤਾਂ ਛੜਯੰਤਰ ਰਚਿਆ ਕਿ ਤੁਸੀਂ ਸ਼ਾਂਤੀ ਨਾਲ ਸਾਡੇ ਨਾਲ ਵਾਰਤਾ ਕਰ ਲਓ। ਸ਼ਾਂਤੀ ਵਾਰਤਾ ਚੱਲਦੀ ਰਹੀ। ਉਸ ਵਾਰਤਾ ਤੋਂ ਬਾਅਦ ਆਪਣੀਆਂ ਫੌਜਾਂ ਨੂੰ ਪਿੱਛੇ ਵੀ ਹਟਾਇਆ ਗਿਆ। ਪਰ ਜਦੋਂ ਪਤਾ ਲੱਗਿਆ ਕਿ ਉਹਨਾਂ ਨੇ ਕੱਲ ਸਾਡੇ ਜਵਾਨਾਂ ਤੇ ਅਟੈਕ ਕਰ ਦਿੱਤਾ, ਇੱਕ ਅਫਸਰ ਸਮੇਤ 19 ਜਵਾਨ ਸਾਡੇ ਸ਼ਹੀਦ ਹੋ ਗਏ। ਹਾਲਾਂਕਿ ਇਹ ਵੀ ਪਤਾ ਲੱਗਿਆ ਕਿ ਸਾਡੇ ਜਵਾਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਚਾਈਨਾ ਆਪਣੀ ਰਿਪੋਰਟ ਤਾਂ ਕਦੇ ਨਹੀਂ ਦਿੰਦਾ ਬਾਹਰ, ਪਰ ਰਿਪੋਰਟਾਂ ਬਾਹਰ ਆ ਜਾਂਦੀਆਂ। ਉਹਨਾਂ ਦੇ ਹੀ ਇੱਕ ਅਖਬਾਰ ਦੇ ਪੱਤਰਕਾਰ ਨੇ, ਗਲੋਬਲ ਟਾਈਮ ਨੇ ਇਹ ਖੁਲਾਸਾ ਕਰ ਦਿੱਤਾ ਕਿ ਅਸੀਂ ਇੱਕ ਹੈਲੀਕਾਪਟਰ ਦੇਖਿਆ ਜਿੱਥੋਂ 46 ਵਾਰ ਸਟ੍ਰੈਚਰ ਲੈ ਕੇ ਹੈਲੀਕਾਪਟਰ ਗਿਆ। ਇਹਦਾ ਮਤਲਬ 46 ਉਹਨਾਂ ਦੇ ਵੀ ਜ਼ਖਮੀ ਹੋਏ ਜਾਂ ਫਿਰ ਉਹਨਾਂ ਦੇ ਵੀ ਸਾਡੇ ਜਵਾਨਾਂ ਨੇ ਮਾਰ ਦਿੱਤੇ। ਇਹ ਹਜੇ ਖਬਰ ਬਾਕੀ ਆ, ਪਰ ਦੇਖਣਾ ਇਹ ਸਵਾਲ ਹੈ ਵੀ ਇਹ ਖੂਨੀ ਸੰਘਰਸ਼ ਹੋਇਆ ਤੇ ਕਿਉਂ ਹੋਇਆ। 1962 ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਕਿ ਅੱਜ ਇਹ ਖੂਨੀ ਸੰਘਰਸ਼ ਦੇਖਣ ਨੂੰ ਮਿਲਿਆ। ਹਾਲਾਂਕਿ ਪਿੱਛੇ ਛੋਟੇ-ਮੋਟੇ ਘਟਨਾਵਾਂ ਹੁੰਦੀਆਂ ਰਹੀਆਂ, 100 ਤੋਂ ਵੱਧ ਦੋਨੋਂ ਪਾਸੇ ਜ਼ਖਮੀ ਵੀ ਹੋਏ ਸੀ ਪਿੱਛੇ ਜਿਹੇ, ਪਰ ਉੱਤੇ ਵਿਰਾਮ ਨਹੀਂ ਲੱਗਿਆ। ਇਹ ਸਵਾਲ ਸਾਰੀ ਦੇਸ਼ ਪੁੱਛਦਾ, ਅੱਜ ਸਰਕਾਰ ਨੂੰ ਵੀ ਪੁੱਛ ਰਿਹਾ, ਇਹ ਸਾਡੇ ਜਵਾਨ ਸ਼ਹੀਦ ਕਿਉਂ ਹੋਏ? ਕਿਉਂਕਿ ਸਾਡੇ ਜਵਾਨਾਂ ਦੀ ਸ਼ਹੀਦਾਂ ਦੀ ਜਿਹੜੀ ਇੱਕ ਜਵਾਨ ਦੀ ਕੀਮਤ ਹੈ ਉਹ ਬਹੁਮੁੱਲ ਹੈ, ਉਹਦਾ ਮੁੱਲ ਕੋਈ नहीं है। पहला गल सुनांगे प्रधानमंत्री जी दी। मैं देश को भरोसा दिलाना चाहता हूं, हमारे जवानों का बलिदान व्यर्थ नहीं जाएगा। हमारे लिए भारत की अखंडता और संप्रभुता सर्वोच्च है और इसकी रक्षा करने से हमें कोई भी रोक नहीं सकता। इस बारे में किसी को भी जरा भी भ्रम या संदेह नहीं होना चाहिए। भारत शांति चाहता है, लेकिन भारत उकसाने पर हर हाल में यथोचित जवाब देने में सक्षम है। ਅੱਜ ਗੱਲ ਕਰਾਂਗੇ ਦੇਸ਼ ਦੀ, ਕਿਉਂਕਿ ਸਾਰਾ ਦੇਸ਼ ਅੱਜ ਗੁੱਸੇ 'ਚ ਹੈ। ਦੇਸ਼ ਦਾ ਇੱਕ ਨਾਗਰਿਕ ਗੁੱਸੇ 'ਚ ਆ। ਇਸ ਤੋਂ ਵੱਧ ਗੁੱਸੇ 'ਚ ਸਾਡੀ ਤਿੰਨੋਂ ਆਰਮੀ ਫੋਰਸ ਦੇ ਜਵਾਨ ਹੈ, ਕਿਉਂਕਿ ਉਹਨਾਂ ਨਾਲ ਦਗਾ ਹੋਇਆ। ਕਹਿ ਕੇ ਲੜਾਈ ਕਰਦੇ ਤਾਂ ਉਹ ਹੋਰ ਗੱਲ ਸੀ। ਸਾਡੇ ਦੇਸ਼ ਨੂੰ, ਚਾਈਨਾ ਨੂੰ ਮੇਰਾ ਖਿਆਲ ਵਹਿਮ ਹੈ ਕਿ 1962 ਤੋਂ ਬਾਅਦ ਉਹ ਭਾਰਤ ਨਹੀਂ ਰਿਹਾ। ਅੱਜ ਭਾਰਤ ਦਾ ਲੋਹਾ ਸਾਰੀ ਦੁਨੀਆ ਮੰਨਦੀ ਹੈ। ਭਾਰਤ ਨੇ ਕਈ ਵਾਰ ਜਦੋਂ ਪਾਕਿਸਤਾਨ ਨੇ ਵੀ ਅੱਖ ਚੱਕੀ, ਉਹਨੂੰ ਵੀ 3-4 ਵਾਰ ਜਿਹੜਾ ਹੈ ਸਬਕ ਸਿਖਾਇਆ। ਮੈਨੂੰ ਲੱਗਦਾ ਵੀ ਚਾਈਨਾ ਅੱਜ ਭਾਰਤ ਅਮਰੀਕਾ ਦੀ ਜਿਹੜੀ ਦੋਸਤੀ ਆ ਉਹ ਖਲ ਰਹੀ। ਉਹਨੂੰ ਭਾਰਤ ਦਾ ਧਿਆਨ ਬਟਾਉਣ ਵਾਸਤੇ ਅੱਜ ਇੱਕ ਕਾਨੂੰਨੀ ਹਰਕਤ ਹੋਈ ਆ ਜਿਹੜਾ ਸਾਰੀ ਦੁਨੀਆ ਉਹਨੂੰ ਨਿੰਦ ਰਹੀ ਆ। ਔਰ ਅਸੀਂ ਹੁਣ ਨਿੰਦਾਂਗੇ ਨਹੀਂ, ਅਸੀਂ ਚਾਹੁੰਦੇ ਆ ਐਕਸ਼ਨ। ਜਿਸ ਤਰੀਕੇ ਨਾਲ ਪਾਕਿਸਤਾਨ ਤੇ ਐਕਸ਼ਨ ਹੋਇਆ ਸੀ, ਲੋਕ ਪੂਰੇ ਨਾਗਰਿਕ ਚਾਹੁੰਦੇ ਆ ਐਕਸ਼ਨ। ਮੈਂ ਅੱਜ ਸੁਣ ਰਿਹਾ ਸੀ ਸਾਡੇ ਪੰਜਾਬ ਦੇ 4 ਜਵਾਨ ਸ਼ਹੀਦ ਹੋ ਗਏ। ਸਾਡਾ ਰਿਪੋਰਟਰ ਉੱਥੇ ਇੱਕ ਪਹੁੰਚਿਆ ਸੀ ਪਟਿਆਲੇ ਅੰਦਰ। ਮੈਂ ਮਨਦੀਪ ਦੀ ਸਿਰਫ ਗੱਲ ਕਰਾਂਗਾ, ਬਾਕੀ ਸਾਡੇ ਬਹੁਤ ਜੀ ਜਾਨ ਪਿਆਰੇ ਜਿਹੜੇ ਜਵਾਨ ਉਹ ਸ਼ਹੀਦ ਹੋ ਗਏ। ਮਨਦੀਪ ਦੀ ਵਾਈਫ ਨੇ ਤੇ ਮਨਦੀਪ ਦੀ ਭੈਣ ਨੇ ਇੱਕੋ ਗੱਲ ਕਹੀ ਆ ਵੀ ਸਰਕਾਰਾਂ ਦੀ ਇਹ ਗਲਤੀ ਰਹੀ ਆ ਕਿ ਅੱਜ ਤੋਂ ਬਾਅਦ ਮੈਂ ਦੇਖਾਂਗੀ, ਔਰ ਮੈਂ ਕਹਿਣਾ ਵੀ ਚਾਹੁੰਦੀ ਆ ਵੀ ਜੇ ਕਿਸੇ ਨੂੰ ਆਰਮੀ 'ਚ ਭਰਤੀ ਕਰਾਉਣਾ ਤਾਂ ਸਮਝੋ ਉਸ ਤੋਂ ਬਾਅਦ ਉਹ ਕਹੋ ਜੀ ਉਹ ਸ਼ਹਾਦਤ ਹੋ ਜਾਊਗੀ ਉਹਦੀ। ਉਹ ਕਹਿੰਦੇ ਸਾਨੂੰ ਜ਼ਰੂਰਤ ਹੈ ਸਰਕਾਰ ਵੀ ਸਾਡੀ ਆਰਮੀ ਨੂੰ ਸੁਰੱਖਿਆ ਕਿੱਦਾਂ ਮਿਲੇਗੀ? ਅਗਰ ਉੱਥੇ ਘਟਨਾ ਇੰਨੀ ਦੇਰ ਦੀ ਚੱਲ ਰਹੀ ਸੀਗੀ, ਜਦੋਂ ਜਦ ਚੱਲ ਰਹੀ ਸੀ, ਤੇ ਕਿਉਂ ਨਹੀਂ ਇੰਤਜ਼ਾਮ ਕੀਤਾ? ਕਿਉਂ ਸਾਡੇ ਜਵਾਨਾਂ ਨੂੰ ਤੁਸੀਂ ਸਰਹੱਦਾਂ ਤੇ ਲੜਾਈ ਵਾਸਤੇ ਭੇਜਿਆ? ਕਿਉਂ ਨਹੀਂ ਪਹਿਲਾਂ ਇੰਤਜ਼ਾਮ ਕੀਤਾ? ਹਾਲਾਂਕਿ ਉਹਦੇ ਵਿਚਾਰੇ ਦੇ 2 ਬੱਚੇ ਹੈ, 3 ਭੈਣਾਂ ਨੇ, ਉਹਨਾਂ ਵਿੱਚੋਂ 2 ਵਿਧਵਾ ਨੇ, ਉਹ ਵੀ ਘਰ ਅੱਜ ਬੈਠੀਆਂ ਨੇ, ਉਹਨਾਂ ਦਾ ਵੀ ਪਾਲਣ ਪੋਸ਼ਣ ਉਸਨੇ ਹੀ ਕਰਨਾ।
ਬਹੁਤ ਦੁਖਦਾਈ ਹੈ। ਉਹ ਕਹਿੰਦੇ ਨੇ ਵੀ ਸਰਕਾਰਾਂ ਨੇ ਤਾਂ ਸਿਰਫ ਇੱਕ ਅਮਰ ਜਵਾਨ ਜੋਤੀ ਤੇ ਜਾ ਕੇ ਸਾਡੇ ਭਰਾ ਨੂੰ ਸ਼ਰਧਾਂਜਲੀ ਦੇ ਦੇਣੀ ਆ ਤੇ ਨਾਮ ਲਿਖ ਦੇਣਾ, ਪਰ ਅਸੀਂ ਜਾਣਾਂਗੇ ਸਾਡੇ ਤੇ ਕੀ ਬੀਤੀ ਹੈ, ਸਾਡੇ ਪਰਿਵਾਰਾਂ ਤੇ ਕੀ ਬੀਤੀ ਆ। ਇਹ ਬਹੁਤ ਦੁਖਦਾਈ ਆ। ਇਹ ਕਿਸ ਤਰ੍ਹਾਂ ਸਰਕਾਰਾਂ ਹੁਣ ਲੋਹਾ ਲੈਣਗੀਆਂ ਚੀਨ ਨਾਲ, ਔਰ ਸਾਰੇ ਦੇਸ਼ ਦੇ ਵਿੱਚ ਵੀ ਔਰ ਸਾਰੇ ਵਰਲਡ ਦੇ ਵਿੱਚ ਵੀ ਇਹ ਹੋ ਗਿਆ ਵੀ ਹੁਣ ਚੀਨ ਨੂੰ ਬਾਈਕਾਟ ਕਰੋ। ਹਾਲਾਂਕਿ ਸਾਡੇ ਦੇਸ਼ ਦੇ ਅੰਦਰ 6 ਅਰਬ ਡਾਲਰ ਦੀ ਜਿਹੜੀ ਇਸ ਵੇਲੇ ਨਿਵੇਸ਼ ਹੈ ਚਾਈਨਾ ਕਰਦਾ। ਸਾਰਾ ਰॉ ਮਟੀਰੀਅਲ ਕੀ ਮੈਡੀਸਨ 70% ਮੈਡੀਸਨ ਜਿਹੜੀਆਂ ਹੈ ਸਾਡੇ ਰॉ ਮਟੀਰੀਅਲ ਉੱਥੋਂ ਆਉਂਦੀਆਂ। ਪੈਰਾਸੀਟਾਮੋਲ ਹੋਰ ਵੀ ਜਿੰਨੀਆਂ ਦਵਾਈਆਂ ਉਹ ਸਾਰਿਆਂ ਦੇ ਸਾਰਿਆਂ ਦਾ ਰॉ ਮਟੀਰੀਅਲ ਉੱਥੋਂ ਆਉਂਦਾ। ਕੀ ਸਰਕਾਰ ਇੱਥੇ ਕਦਮ ਚੁੱਕੇਗੀ? ਹਾਲਾਂਕਿ ਪਿੱਛੇ ਸਰਕਾਰ ਨੇ FDI ਦੇ ਵਿੱਚ ਤਬਦੀਲੀ ਲਿਆਂਦੀ ਆ ਤੇ ਹੁਣ ਤੋਂ ਬਾਅਦ ਜਿਹੜੇ ਵੀ ਚਾਈਨਾ ਤੋਂ ਕੋਈ ਸਮਾਨ ਆਏਗਾ ਸਾਡੇ ਮਨਜ਼ੂਰੀ ਤੋਂ ਬਾਅਦ ਨਹੀਂ ਦਿੱਤਾ ਜਾਏਗਾ। ਲੇਕਿਨ ਜ਼ਮੀਨੀ ਹਕੀਕਤ ਕੁਛ ਹੋਰ ਹੈ, ਉੱਤੇ ਸਾਰਿਆਂ ਦੇ ਚਰਚਾ ਕਰਾਂਗੇ। ਅੱਜ ਦੇਸ਼ 'ਚ ਬਹੁਤ ਗੁੱਸਾ ਹੈ। ਮੇਰੇ ਨਾਲ ਪੈਨਲ ਦੇ ਵਿੱਚ ਬਹੁਤ ਬੁੱਧੀਜੀਵੀ ਬੈਠੇ ਨੇ, ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਬੈਠੇ ਜੀ, ਉਹਨਾਂ ਨਾਲ ਗੱਲ ਕਰਾਂਗੇ। ਮੈਂ ਰੂਬਰੂ ਕਰਾ ਦੇਵਾਂ। ਸਾਡੇ ਨਾਲ ਬੈਠੇ ਨੇ ਰਿਟਾਇਰਡ ਕਰਨਲ ਦਰਸ਼ਨ ਸਿੰਘ ਜੀ। ਬਹੁਤ ਬਹੁਤ ਸਵਾਗਤ ਹੈ ਜੀ ਦਰਸ਼ਨ ਜੀ ਪੈਨਲ 'ਚ। ਔਰ ਸਾਡੇ ਨਾਲ ਮੌਜੂਦ ਨੇ ਪ੍ਰਵੀਨ ਬਾਂਸਲ ਜੀ, ਵਾਈਸ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਦੇ। ਸਾਡੇ ਨਾਲ ਮੌਜੂਦ ਨੇ ਰਜਨੀਸ਼ ਧੀਮਾਨ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਇਹ ਵੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ। ਸਭ ਤੋਂ ਪਹਿਲਾਂ ਮੈਂ ਕਰਨਲ ਸਾਹਿਬ ਨਾਲ ਗੱਲ ਕਰਨਾ ਚਾਹਾਂਗਾ। ਕਰਨਲ ਸਾਹਿਬ, ਤੁਸੀਂ ਤਾਂ ਫੌਜ 'ਚ ਰਹੇ ਹੋ। ਇਹ ਅਸਲ ਜਿਹੜਾ ਤਣਾਅ ਸਰਹੱਦ ਦੇ ਵਿੱਚ ਤਾਂ ਹਮੇਸ਼ਾ ਦੇਖਿਆ ਗਿਆ, ਜਿੰਨੀਆਂ ਵੀ ਸਾਡੇ ਬਾਰਡਰਸ ਨੇ, ਕਿਉਂਕਿ ਪੰਜਾਬ 'ਚ ਵੀ ਸਾਰਾ ਬਾਰਡਰਸ ਲੱਗਦੇ ਨੇ, ਔਰ ਇਹ ਤਣਾਅ ਜਿਹੜਾ ਰਹਿੰਦਾ ਹੈ। ਹਾਲਾਂਕਿ ਇੰਨੀ ਸ਼ਾਂਤੀ ਦੀ ਵਾਰਤਾ 2-3 ਦਿਨ ਪਹਿਲਾਂ ਵੀ ਚੱਲੀ ਹੈ, ਤੇ ਫਿਰ ਐਡੀ ਵੱਡੀ ਘਟਨਾ ਕਿਵੇਂ ਘਟ ਗਈ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਗੱਲ ਇਹ ਕਰਾਂਗੇ ਵੀ ਜੋ ਮੈਂ ਫੌਜ 'ਚ ਕਾਫੀ ਕੁਝ ਦੇਖਿਆ ਤੇ ਮੈਂ ਇਹ ਇਲਾਕਾ ਵੀ ਦੇਖਿਆ। ਜੀ ਜੀ। ਬੜਾ ਦੁਰਗਮ ਇਲਾਕਾ ਹੈ ਜੀ। ਜਿਸ ਤਰ੍ਹਾਂ ਤੁਸੀਂ ਕਹੀ ਵੀ ਅਸੀਂ ਸਾਡੇ ਨਾਲ ਉਹਨਾਂ ਨੇ ਧੋਖਾ ਕੀਤਾ। ਜੀ। ਦੁਸ਼ਮਣ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਦੁਸ਼ਮਣ ਹੁੰਦਾ। ਬਿਲਕੁਲ। ਤੇ ਸਾਨੂੰ ਉਸ ਤੇ ਕਦੇ ਵੀ ਯਕੀਨ ਨਹੀਂ ਕਰਨਾ ਚਾਹੀਦਾ ਤੇ ਉਸ ਕਰਕੇ ਸਾਨੂੰ ਕੋਈ ਵੀ ਇਹੋ ਜਿਹੀ ਹਰਕਤ ਨਹੀਂ ਕਰਨੀ ਚਾਹੀਦੀ ਜਿਸ ਦਾ ਦੁਸ਼ਮਣ ਫਾਇਦਾ ਉਠਾਵੇ। ਇੱਥੇ ਅਸੀਂ ਜੋ ਚਾਈਨਾ ਬਾਰਡਰ ਤੇ ਸਾਡਾ ਬਹੁਤ ਲੰਬਾ ਬਾਰਡਰ ਹੈ। ਜੇ ਬਰੀਫਲੀ ਮੈਂ ਦੱਸਾਂ ਵੀ ਉੱਪਰ ਲਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਹੈ, ਪੂਰੇ ਭਾਰਤ ਦੇ ਨਾਲ ਬਾਰਡਰ ਲੱਗਦਾ। 3 ਕਮਾਂਡ ਜਿਹੜੀਆਂ ਨੇ ਸਾਡੀਆਂ, ਨਾਰਦਰਨ ਕਮਾਂਡ, ਸੈਂਟਰਲ ਕਮਾਂਡ ਤੇ ਈਸਟਰਨ ਕਮਾਂਡ ਚਾਈਨਾ ਬਾਰਡਰ ਨੂੰ ਫੇਸ ਕਰਦੀਆਂ ਨੇ। ਪਰ ਚਾਈਨਾ ਦੀ ਸਾਈਡ ਤੇ ਇੱਕੋ ਹੀ ਕਮਾਂਡ ਹੈ ਜਿਸ ਨੂੰ ਸੈਂਟਰਲ ਕਮਾਂਡ ਕਹਿੰਦੇ ਨੇ। ਜੀ। ਹੁਣ ਇੱਥੇ ਜੋ ਹਾਲਾਤ ਨੇ, ਚਾਈਨੀਜ਼ ਕੁਝ ਏਰੀਆ ਨੂੰ ਆਪਦਾ ਮੰਨਦੇ ਨੇ। ਇਹ ਪ੍ਰੋਬਲਮ ਸਟਾਰਟ ਹੋਈ 62 ਤੋਂ, ਜਦੋਂ ਵਾਰ ਤੋਂ ਬਾਅਦ ਜਦੋਂ ਡਿਵਾਈਡ ਹੋਇਆ ਤੇ ਉਦੋਂ ਕੋਈ ਮੈਪ ਇੰਨੇ ਐਕੂਰੇਟ ਨਹੀਂ ਸੀ ਤੇ ਇੱਕ ਮੈਪ ਤੇ ਮੋਟੀ ਜੀ ਲਾਈਨ ਡਰਾ ਕਰਕੇ ਇਹ ਕਹਤਾ ਗਿਆ ਕਿ ਇਹ ਆਪਣੀ ਲਾਈਨ ਆਫ ਐਕਚੁਅਲ ਕੰਟਰੋਲ ਹੈ। ਅਸੀਂ ਲਾਈਨ ਆਫ ਕੰਟਰੋਲ ਕਹਿੰਦੇ ਆ ਪਾਕਿਸਤਾਨ ਸਾਈਡ ਤੇ, ਲਾਈਨ ਆਫ ਐਕਚੁਅਲ ਕੰਟਰੋਲ ਕਹਿੰਦੇ ਆ ਅਸੀਂ ਜੋ ਚਾਈਨਾ ਸਾਈਡ ਤੇ। ਤੇ ਲਾਈਨ ਆਫ ਐਕਚੁਅਲ ਕੰਟਰੋਲ ਜੇ ਆਪਾਂ ਉਸ ਨੂੰ ਮੈਪ ਨੂੰ ਲਾਰਜ ਕਰਕੇ ਦੇਖੀਏ ਤੇ ਉਹ ਲਾਈਨ ਕਾਫੀ ਮੋਟੀ ਹੋਰ ਫੈਲ ਜਾਂਦੀ ਹੈ ਤੇ ਉਹਦੇ ਚ ਐਂਬੀਗੁਇਟੀ ਰਹੇਗੀ। ਜਿਹੜਾ 8 ਤੋਂ 10 ਕਿਲੋਮੀਟਰ ਦਾ ਏਰੀਆ ਹੈ ਉਹ ਕਿਸੇ ਪਾਸੇ ਵੀ ਗਿਣਿਆ ਜਾ ਸਕਦਾ। ਅੱਛਾ ਜੀ। ਤੇ ਅੰਡਰਸਟੈਂਡਿੰਗ ਇਹ ਸੀ ਵੀ ਉਹ ਇਲਾਕੇ 'ਚ ਦੋਨੇ ਹੀ ਪਾਰਟੀਆਂ ਪੈਟਰੋਲਿੰਗ ਕਰਦੀਆਂ ਸੀ ਜੀ, ਤੇ ਦੋਨੇ ਹੀ ਪਾਰਟੀਆਂ ਇੱਕ ਦੂਜੇ ਨੂੰ ਕ੍ਰਾਸ ਕਰ ਜਾਂਦੀਆਂ ਸੀ ਤੇ ਕਦੇ-ਕਦੇ ਮਾੜਾ ਮੋਟਾ ਧੱਕਾ ਮੁੱਕੀ ਹੋਈ, ਪਰ ਦੋਨਾਂ ਦੇ ਕਲੇਮ ਆਪਦੇ ਸੀ ਤੇ ਬਾਕੀ ਆਪਦੀ ਸਾਈਡ ਤੇ ਰਹਿੰਦੀਆਂ ਸੀ ਜੀ। ਹੁਣ ਕਾਰਗਿਲ ਦੀ ਲੜਾਈ ਵੇਲੇ ਕੀ ਹੋਇਆ ਕਿ ਜਦੋਂ ਸਾਡੇ ਕੋਲ ਟਰੂਪਸ ਘੱਟ ਸੀ, ਅਸੀਂ ਪੈਂਗਸ਼ੋ ਲੇਕ ਹੈ ਜਿਹੜੀ 130 ਕਿਲੋਮੀਟਰ ਦੀ ਲੇਕ ਹੈ, ਜਿਹਦਾ 1/3 ਹਿੱਸਾ ਇੰਡੀਆ 'ਚ ਹੈ ਤੇ 2/3 ਜਿਹੜਾ ਹੈਗਾ ਉਹ ਚਾਈਨਾ ਦੇ ਵਿੱਚ ਹੈ ਜੀ। ਉੱਥੇ ਜੋ ਸਾਡਾ ਬਾਰਡਰ ਸੀ, ਅਸੀਂ ਉੱਥੋਂ ਫੋਰਸਸ ਵਾਪਸ ਬੁਲਾਈਆਂ ਤੇ ਚਾਈਨੀਜ਼ ਨੇ ਉੱਥੋਂ ਅੱਗੇ ਆ ਕੇ ਕੱਚਾ ਇੱਕ ਟਰੈਕ ਬਣਾ ਲਿਆ ਜੀ। ਉੱਥੇ ਜੋ ਪਹਾੜ ਵਿੱਚ ਆਉਂਦਾ ਲੇਕ ਦੇ ਤੇ ਉਸ ਨੂੰ ਅਸੀਂ ਮਿਲਟਰੀ ਦੀ ਟਰਮ 'ਚ ਫਿੰਗਰ ਕਹਿ ਦਿੰਦੇ ਆ, ਜਿਹੜਾ ਤੁਸੀਂ ਜ਼ਿਆਦਾ ਦੇਖਿਆ ਹੋਵੇਗਾ ਵੀ ਫਿੰਗਰ 1, ਫਿੰਗਰ 2, 3, 4 ਇਸ ਤਰ੍ਹਾਂ ਜਿਹੜੇ ਪਹਾੜ ਵਿੱਚ ਆਉਂਦੇ ਨੇ। ਫਿੰਗਰ 1 ਤੋਂ ਲੈ ਕੇ 8 ਤੱਕ ਦਾ ਇਲਾਕਾ, 4 ਤੱਕ ਭਾਰਤੀ ਫੌਜ ਸੀ, ਉੱਥੇ ITBP ਦੀ ਬਟਾਲੀਅਨ ਸੀ। 4 ਤੋਂ 8 ਤੱਕ ਜਿਹੜਾ ਸੀ ਤਕਰੀਬਨ 8 ਕਿਲੋਮੀਟਰ ਦਾ ਏਰੀਆ ਉਹ ਜੁਆਇੰਟ ਪੈਟਰੋਲ ਹੁੰਦਾ ਸੀ, ਦੋਨੇ ਪਾਸੇ ਦੇ ਹੁੰਦੇ ਸੀ। ਪਰ ਕਾਰਗਿਲ ਦੇ ਦੌਰਾਨ ਉਹਨਾਂ ਨੇ ਕੱਚੀ ਸੜਕ ਉੱਥੇ ਬਣਾ ਲਈ ਜੀ। ਹੁਣ ਜਦੋਂ ਕੀ ਹੋਇਆ ਕਿ ਉਹਨਾਂ ਨੇ ਉਹ ਸੜਕ ਪੱਕੀ ਕਰਨੀ ਸ਼ੁਰੂ ਕਰਤੀ ਤੇ ਇਸ ਤੋਂ ਫਿਰ ਉਹਨਾਂ ਨੇ ਪਰਮਾਨੈਂਟ ਕੈਂਪ ਵੀ ਫਿੰਗਰ 4 ਦੇ ਕੋਲੇ ਆ ਕੇ ਬਣਾਤਾ ਤੇ ਸਾਨੂੰ ਅੱਗੇ ਜਾਣ ਤੋਂ ਮਨਾ ਕਰਤਾ ਜੀ। ਦੂਸਰਾ, ਇੱਕ ਰੋਡ ਜਿਹੜੀ ਹੈ, ਅਸੀਂ ਚਸ਼ੂਲ ਤੋਂ ਅੱਗੇ ਜਾਂਦੇ ਆ, ਲੇਹ ਤੋਂ ਚਸ਼ੂਲ, ਚਸ਼ੂਲ ਤੋਂ ਦਰਬੁਕ ਤੋਂ ਦੌਲਤ ਬੇਗ ਓਲਡੀ ਹੈ ਜਿਹਨੂੰ DBO ਕਹਿੰਦੇ ਨੇ, ਉਹ ਸਾਡੀ ਲਾਸਟ ਹੈ ਪੋਸਟ। ਉੱਥੋਂ ਕਾਰਾਕੋਰਮ ਹਾਈਵੇ ਬਹੁਤ ਨੇੜੇ ਹੈ, ਅਸੀਂ ਕਾਰਾਕੋਰਮ ਹਾਈਵੇ ਤੇ ਨਜ਼ਰ ਰੱਖ ਸਕਦੇ ਆ ਉਹਨਾਂ ਹਾਈਟਸ ਤੋਂ। ਤੇ ਉੱਥੇ ਹੁਣ ਅਸੀਂ ਪੂਰਾ ਰਨਵੇ ਤਿਆਰ ਕਰ ਲਿਆ, C-130 ਵੀ ਲੈਂਡ ਕਰਨ ਲੱਗ ਗਿਆ। ਤੇ ਬੇਸਿਕ ਤਕਲੀਫ ਚਾਈਨਾ ਨੂੰ ਇਹ ਹੈ ਵੀ ਜਿਹੜੀ ਦਰਬਕ ਤੋਂ ਰੋਡ DBO ਨੂੰ ਜਾਂਦੀ ਹੈ ਉਸ ਦੀ ਉਹਨਾਂ ਨੂੰ ਆਬਜ਼ਰਵੇਸ਼ਨ ਚਾਹੀਦੀ ਹੈ। ਆਬਜ਼ਰਵੇਸ਼ਨ ਕਰਨ ਵਾਸਤੇ ਉਹਨਾਂ ਕੋਲੇ ਗਲਵਨ ਘਾਟੀ ਦੇ
ਉੱਪਰ ਜਿਹੜੀਆਂ ਹਾਈਟਸ ਨੇ ਉੱਥੇ ਆ ਕੇ ਉਹ ਬੈਠ ਗਏ। ਤੇ ਹੁਣ ਜਦੋਂ ਇਹ ਸੇਮ ਚੀਜ਼ ਜੋ ਪਾਕਿਸਤਾਨ ਨੇ ਕੀਤੀ ਸੀ ਕਾਰਗਿਲ ਚ, ਕਿ ਉਹ ਪਹਾੜੀਆਂ ਤੇ ਆ ਗਏ ਸੀ, ਸਾਡਾ ਲੇਹ ਹਾਈਵੇ ਨੂੰ ਡਿਸਰਪਟ ਕਰ ਰਹੇ ਸੀ ਤੇ ਫਾਇਰਿੰਗ ਕਰ ਰਹੇ ਚਲੋ ਸੀ। ਮੈਂ ਸਰਕਾਰ ਦੇ ਨੁਮਾਇੰਦੇ ਉਹਨਾਂ ਨੂੰ ਵੀ ਇਨਵੋਲਵ ਕਰਨਾ। ਬਾਂਸਲ ਸਾਹਿਬ, ਇਹ ਇਲਜ਼ਾਮ ਇਹ ਲੱਗ ਰਿਹਾ ਵੀ ਜਿਸ ਤਰ੍ਹਾਂ ਨੇ ਦੱਸਿਆ ਵੀ ਗਲਵਨ ਘਾਟੀ ਦੇ ਵਿੱਚ ਉਹਨੂੰ ਸਰਕਾਰ ਨੇ ਜਿੱਦਾਂ ਨਾ ਕਹਿੰਦੇ ਖੁੱਲਾ ਛੱਡਤਾ ਸੀ, ਉੱਥੇ ਫੌਜਾਂ ਵੀ ਨਹੀਂ ਸੀ ਜਾਂਦੀਆਂ, ਔਰ ਉਹ ਪਿੱਛੇ ਸੀਗਾ, ਔਰ ਉਹ ਤਕਰੀਬਨ ਜਿੱਦਾਂ ਕਹਿੰਦੇ ਵੀ ਖੁੱਲਾ ਮੈਦਾਨ ਸੀਗਾ ਤੇ ਜਿਹੜਾ ਕੋਈ ਵੀ ਆ ਕੇ ਕਬਜ਼ਾ ਕਰ ਸਕੇ, ਉੱਥੇ ਫੌਜ ਵੀ ਨਹੀਂ ਲਾਈ ਸੀ। ਤੇ ਉਹ ਕਹਿੰਦੇ ਇਲਜ਼ਾਮ ਹੈ ਵੀ ਉਹਨਾਂ ਨੇ ਇੱਥੇ ਇਸ ਤੇ ਤਵੱਜੋ ਨੂੰ ਦਿੱਤੀ। ਹੁਣ ਜਦੋਂ ਚਾਈਨਾ ਅੱਗੇ ਵਧਣਾ ਸ਼ੁਰੂ ਹੋ ਗਿਆ ਫਿਰ ਸਰਕਾਰ ਨੂੰ ਲਾਲੇ ਪੈ ਗਏ। ਕੀ ਕਹਿਣਾ ਚਾਹੋਗੇ? ਮੈਂ ਕਹਿੰਦਾ ਰਜੇਸ਼ ਜੀ, ਜਿਹੜਾ ਤੁਸੀਂ ਗੱਲ ਕੀਤੀ ਇਲਜ਼ਾਮ ਦੀ, ਪਹਿਲਾਂ ਆਪਾਂ ਇਸ ਗੱਲ ਤੇ ਨੋਟ ਕਰਨ ਦੀ ਜ਼ਰੂਰਤ ਹੈ ਜੀ ਵੀ ਇਲਜ਼ਾਮ ਕਿਹੜੇ ਲੋਕ ਲਾ ਰਹੇ ਹੈ। ਜੀ ਅੱਜ ਇਲਜ਼ਾਮ ਲਾਉਣ ਵਾਲੇ ਲੋਕਾਂ ਦਾ ਅਸੀਂ ਪਿਛੋਕੜ ਦੇਖੀਏ, ਉਹਨਾਂ ਦੀਆਂ ਜਦ ਸਰਕਾਰਾਂ ਹੁੰਦੀਆਂ ਸੀ ਉਹਨਾਂ ਦੇ ਕਿਤੇ ਕੰਮ ਦੇਖੀਏ ਤਾਂ ਤੁਹਾਨੂੰ ਨਜ਼ਰ ਆਊਗਾ ਵੀ ਜਿਹੜੀਆਂ ਗਲਤੀਆਂ ਅੱਜ ਅਸੀਂ ਜਿਨ੍ਹਾਂ ਗਲਤੀਆਂ ਵਾਸਤੇ ਸਾਡੇ ਫੌਜੀ ਭਰਾ ਸ਼ਹੀਦ ਹੋ ਰਹੇ ਹੈ, ਜਿਹੜੀਆਂ ਉਹ ਗਲਤੀਆਂ ਦੇ ਜ਼ਿੰਮੇਦਾਰ ਹੈ ਉਹੀ ਲੋਕ ਸੀਗੇ। ਉਹ ਲੋਕਾਂ ਨੂੰ ਕਦੇ ਦੇਸ਼ ਨਾਲ ਪਿਆਰ ਨਹੀਂ ਰਿਹਾ, ਉਹਨਾਂ ਨੂੰ ਹਮੇਸ਼ਾ ਆਪਣੀਆਂ ਸਰਕਾਰਾਂ ਵੱਲ ਉਹਨਾਂ ਨੇ ਧਿਆਨ ਦਿੱਤਾ। ਜੇ 1962 ਦੇ ਅੰਦਰ ਜਦੋਂ ਚਾਈਨਾ ਨੇ ਸਾਡੀ ਜੰਗ ਸਾਡੇ ਨਾਲ ਕੀਤੀ, ਉਸ ਤੋਂ ਪਹਿਲਾਂ ਉਹਨਾਂ ਲੋਕਾਂ ਦੇ ਲੀਡਰ ਨਾਰਾ ਲਾਉਂਦੇ ਸੀ ਹਿੰਦੀ ਚੀਨੀ ਭਾਈ ਭਾਈ। ਜਿਹੜਾ ਉਹਨਾਂ ਨੇ ਉਦੋਂ ਭਰੋਸਾ ਕੀਤਾ, ਜਦ ਜਾ ਕੇ ਚਾਈਨਾ ਸਾਡੇ ਅੰਦਰ ਇੰਨਾ ਅੰਦਰ ਵੱਧ ਗਿਆ ਕਿ ਅਕਸਾਈ ਚੀਨ ਜਿਹੜਾ ਹੈਗਾ ਉਹ ਵੀ ਚਾਈਨਾ ਨੇ ਸਾਡਾ ਕਬਜ਼ਾ ਕਰ ਲਿਆ। ਮੌਜੂਦਾ ਜਿਹੜੀ ਤੁਸੀਂ ਗੱਲ ਕਰੋ ਤਾਂ ਹੁਣ ਜਿਹੜੇ ਉਹ ਇਲਜ਼ਾਮ ਹੈ ਉਹ ਉਹਨਾਂ ਦੀ ਰਾਜਨੀਤੀ ਹੈ। ਲੇਕਿਨ ਤੁਸੀਂ ਦੇਖੋ, ਚਾਹੇ ਪਾਕਿਸਤਾਨ ਨਾਲ ਉਹਨਾਂ ਨੇ ਸਾਡੇ ਪੁਲਵਾਮਾ ਅਟੈਕ ਕੀਤਾ ਜਾਂ ਉਹਨੇ ਜਿਸ ਟਾਈਮ ਵੀ ਉਹਨੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਕੀਤੀ, ਅਸੀਂ 에ਅਰ ਸਟ੍ਰਾਈਕ ਕੀਤੀ, ਅਸੀਂ ਸਰਜੀਕਲ ਸਟ੍ਰਾਈਕ ਕੀਤੀ। ਲੇਟੈਸਟ ਜਿਹਦਾ ਇਲਜ਼ਾਮ ਲੱਗ ਰਿਹਾ, ਜਿਸ ਤਰ੍ਹਾਂ ਡੋਕਲਾਮ ਦੇ ਅੰਦਰ ਘੱਟੋ ਘੱਟ ਮਹੀਨਾ ਸਵਾ ਮਹੀਨਾ ਉਹਨਾਂ ਦਾ ਉਹ ਚੱਲਦੀ ਰਹੀ, ਆਪਸ ਖਿੱਚਾਤਾਣੀ ਚੱਲਦੀ ਰਹੀ, ਲੇਕਿਨ ਭਾਰਤੀ ਫੌਜਾਂ ਪਿੱਛੇ ਨਹੀਂ ਹਟੀਆਂ। ਹੁਣ ਵੀ ਜਦ ਵੀ ਚਾਈਨਾ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਚਾਈਨਾ ਦਾ ਪਿਛਲਾ 100 ਸਾਲ ਦਾ ਤੁਸੀਂ ਇਤਿਹਾਸ ਦੇਖੋਗੇ, ਚਾਈਨਾ ਦੀ ਜਿਹੜੀ ਨੀਤੀ ਆ ਉਹ ਵਿਸਤਾਰਵਾਦੀ ਨੀਤੀ ਰਹੀ ਹੈ। ਚਾਈਨਾ ਦੇ ਨਾਲ ਜਿੰਨੇ ਵੀ ਪੜੋਸੀ ਹੈ ਸਭ ਨਾਲ ਉਹਦਾ ਬਾਉਂਡਰੀ ਦਾ ਰੌਲਾ ਚੱਲਦਾ ਪਿਆ, ਕਿਸੇ ਨਾਲ ਕੋਈ ਰੌਲਾ, ਕਿਸੇ ਨਾਲ ਕੋਈ ਰੌਲਾ। ਸਿਰਫ ਪਾਕਿਸਤਾਨ ਨਾਲ ਨਹੀਂ ਹੈ, ਕਿਉਂਕਿ ਪਾਕਿਸਤਾਨ ਨੂੰ ਵੈਸੇ ਹੀ ਕਬਜ਼ਾ ਕਰ ਰਿਹਾ ਹੈ ਇਕਨੋਮਿਕਲੀ। ਸੋ ਉਹਨਾਂ ਨੇ ਵਿਸਤਾਰਵਾਦੀ ਨੀਤੀ ਨੂੰ ਅਪਣਾਉਂਦੇ ਹੋਏ ਹਿੰਦੁਸਤਾਨ ਵੱਲੋਂ ਝਾਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਮੋਦੀ ਸਰਕਾਰ ਨੇ, ਸਾਡੀ ਲੀਡਰਸ਼ਿਪ ਨੇ ਉਹਨਾਂ ਨੂੰ ਕਲੀਅਰ ਕੱਟ ਕੀਤਾ ਵੀ ਇਹ 1962 ਦਾ ਭਾਰਤ ਨਹੀਂ ਹੈ। ਅੱਜ ਭਾਰਤ ਦੀ ਆਰਮੀ ਵਰਲਡ ਦੀ ਸਭ ਤੋਂ ਪਹਿਲੀਆਂ ਜਿਹੜੀਆਂ 5 ਤਕੜੀਆਂ ਆਰਮੀਆਂ ਉਸ ਤੋਂ ਭਾਰਤ ਦੀ ਆਰਮੀ ਆਂਦੀ ਹੈ। ਸੋ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ, ਭਾਰਤੀ ਫੌਜਾਂ ਨੇ ਡਟ ਕੇ ਮੁਕਾਬਲਾ ਕੀਤਾ ਔਰ ਉਹਨਾਂ ਦੀ ਜਿਹੜੀ ਬਾਤਚੀਤ ਚ ਇੱਕ ਫੈਸਲਾ ਹੋਇਆ ਵੀ ਉਹਨਾਂ ਦੀਆਂ ਫੌਜਾਂ ਵੀ ਪਿੱਛੇ ਹਟਣਗੀਆਂ ਔਰ ਹਿੰਦੁਸਤਾਨ ਦੀਆਂ ਫੌਜਾਂ ਵੀ ਪਿੱਛੇ ਹਟਣਗੀਆਂ। ਜਦ ਦੋਨੋਂ ਧਿਰਾਂ ਨੇ ਕਮਿਟਮੈਂਟ ਕਰ ਲਈ ਪਿੱਛੇ ਹਟਣ ਦੀ, ਤਾਂ ਜਿਹੜੀਆਂ ਸਾਡਾ ਕੁਝ ਇੱਕ ਜਿਹੜਾ ਗਰੁੱਪ ਸੀ ਜਿਸ ਤੋਂ ਇੱਕ ਸਰਵੇ ਕਰਨ ਗਿਆ ਸੀ ਵੀ ਕਿਆ ਉਹ ਫੌਜਾਂ ਪਿੱਛੇ ਹਟ ਗਈਆਂ, ਲੇਕਿਨ ਉਹਨਾਂ ਨੂੰ ਇਹ ਆਸ ਨਹੀਂ ਸੀ ਵੀ ਐਸਾ ਉਹ ਕਰਨਗੇ। ਚਲੋ ਸਾਡੇ ਇੱਕ ਗੱਲ ਪੂਰੀ ਕਰ ਲੈਣ ਦਿਓ। ਸਾਡੇ 20 ਜਵਾਨ ਸ਼ਹੀਦ ਹੋਏ। ਤੁਸੀਂ ਮੋਦੀ ਸਾਹਿਬ ਦਾ ਬਿਆਨ ਸੁਣਿਆ ਹੋਣਾ, ਮੋਦੀ ਸਾਹਿਬ ਨੇ ਕਿਹਾ ਸੀ ਵੀ ਸਾਨੂੰ ਮਾਣ ਹੈ ਸਾਡੇ ਸ਼ਹੀਦਾਂ ਤੇ ਜਿਹੜੇ ਮਾਰਦੇ ਮਰੇ ਆ। ਅਮਰੀਕਾ ਦੇ ਸੈਟੇਲਾਈਟ ਇਹ ਦੱਸਦੇ ਆ ਵੀ ਘੱਟੋ ਘੱਟ ਚਾਈਨਾ ਦੇ 35 ਔਰ ਜਿਹੜੀ ਗਲੋਬਲ ਟਾਈਮ ਦੀ ਤੁਸੀਂ ਗੱਲ ਕੀਤੀ ਹੈ ਉਹਨਾਂ ਤੋਂ ਵੀ ਲੱਗਦਾ ਹੈ ਵੀ ਉਹਨਾਂ ਦੀ ਜਿਹੜੀ ਕੈਜੁਅਲਟੀ ਹੈ ਉਹ ਬਹੁਤ ਜ਼ਿਆਦਾ ਹੋਈ ਹੈ। ਹਿੰਦੁਸਤਾਨ ਅਪਰ ਸਾਈਡ ਹੈ। ਬਾਂਸਲ ਸਾਹਿਬ ਸਾਡੇ ਨਾਲ ਨਾ ਜੁੜ ਚੁੱਕੇ, क्षमा ਚਾਹੂੰਗਾ ਤੁਹਾਨੂੰ ਵਿੱਚ ਰੋਕ ਰਿਹਾ ਮੈਂ। ਕੇ ਬਾਬਾ ਜੀ, ਹਾਂਜੀ ਮੇਰੀ ਆਵਾਜ਼ ਸੁਣ ਲਈ ਜੀ? ਬਾਬਾ ਜੀ, ਅੱਜ ਜਿਹੜੀ ਅਸੀਂ ਚਰਚਾ ਕਰ ਰਹੇ ਹਾਂ ਅੱਜ ਦੇ ਮੁੱਦੇ ਤੇ ਵੀ ਚਾਈਨਾ ਨੇ ਜਿਹੜਾ ਦਗਾ ਕੀਤਾ ਸਾਡੇ ਨਾਲ, ਉਹਦੇ ਬਾਰੇ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੇ ਹਾਂ ਵੀ ਇਹਦੇ ਵਿੱਚ ਕੀ ਜਿਹੜੀਆਂ ਬਾਤਚੀਤ ਚੱਲ ਰਹੀ ਸੀ ਸਰਕਾਰਾਂ ਦੀ, ਉਹਦੇ ਪਿੱਛੇ ਜਿਹੜੇ ਅੱਜ ਸਾਡੇ 20 ਜਵਾਨ ਸ਼ਹੀਦ ਹੋ ਗਏ ਆ, ਇਹ ਤੁਸੀਂ ਕਿਹਨੂੰ ਕਸੂਰਵਾਨ ਮੰਨਦੇ ਹੋ? ਮੈਂ ਸਮਝਦਾ ਜਿਹੜੀ ਸਾਡੇ ਭਾਰਤ ਦੀ ਸਰਕਾਰ ਹੈ ਇਹਦੀ ਵੀ ਫੋਰਨ ਪਾਲਿਸੀ ਦੇ ਵਿੱਚ ਕਮੀਆਂ ਨੇ, ਕਮਜ਼ੋਰੀਆਂ ਨੇ, ਨੇਤਾਗਿਰੀ ਜਿਹੜੇ
ਕਿਉਂਕਿ 5 ਮਈ ਤੋਂ ਉਹਨਾਂ ਦੀਆਂ ਸਰਗਰਮੀਆਂ ਚੱਲ ਰਹੀਆਂ ਸੀ, 40 ਦਿਨ ਹੋ ਗਏ, ਇਹ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕੇ, ਉਹਨਾਂ ਨੂੰ ਕਾਬੂ ਨਹੀਂ ਕਰ ਸਕੇ, ਕਿਉਂਕਿ ਇਹਨਾਂ ਨੂੰ ਤਾਂ ਬਿਹਾਰ ਦੇ ਵਿੱਚ ਪ੍ਰਚਾਰ ਕਰਨ ਦੀ ਵੀ ਵੋਟਾਂ ਕਿਵੇਂ ਲੈਣੀਆਂ, ਇਹਨਾਂ ਨੂੰ ਦੇਸ਼ ਦਾ ਫਿਕਰ ਨਹੀਂ, ਇਹਨਾਂ ਨੂੰ ਵੋਟਾਂ ਦਾ ਫਿਕਰ ਹੈ ਬੀਜੇਪੀ ਵਾਲਿਆਂ ਨੂੰ। ਇਸ ਕਰਕੇ ਮੈਂ ਸਮਝਦਾ ਇਹਨਾਂ ਲੋਕਾਂ ਤੋਂ, ਫਿਰਕਾ ਪ੍ਰਸਤ ਲੋਕਾਂ ਤੋਂ ਤਾਂ ਦੇਸ਼ ਨੂੰ ਬਚਾਉਣ ਦੀ ਲੋੜ ਹੈ। ਤੇ ਅੱਜ ਮੈਂ ਸਮਝਦਾ ਜਿੱਥੇ ਉਹ ਸਮੇਂ ਦੇਖੋ ਜਦ ਸ਼੍ਰੀਮਤੀ ਇੰਦਰਾ ਗਾਂਧੀ ਨੇ ਪਾਕਿਸਤਾਨ ਦੇ ਦੋ ਟੋਟੇ ਕਰਕੇ ਬੰਗਲਾਦੇਸ਼ ਬਣਾਤਾ, ਤੇ ਉਹ ਕਾਂਗਰਸ ਦੀਆਂ ਸਰਕਾਰਾਂ ਹਮੇਸ਼ਾ ਮਜ਼ਬੂਤੀ ਨਾਲ ਕਰ ਰਹੀ ਹੈ, ਪਰ ਮੈਂ ਸਮਝਦਾ ਕਿ ਬੀਜੇਪੀ ਸਰਕਾਰ ਦੀ ਕਮਜ਼ੋਰੀ ਦੇਸ਼ ਦਾ ਨੁਕਸਾਨ ਕਰ ਰਹੀ ਹੈ। ਬਾਬਾ ਜੀ ਗੱਲ ਵੀ ਸੁਣਦੇ ਜਾਈਓ। ਹਿੰਦੁਸਤਾਨ ਨੂੰ ਯੂਐਨਓ ਦਾ ਮੈਂਬਰ ਬਣਾ ਰਹੇ ਸੀ, ਗਿਫਟ ਚ ਝੋਲੀ ਚ ਪਾ ਕੇ ਚਾਈਨਾ ਨੂੰ ਯੂਐਨ ਦੀ ਮੈਂਬਰਸ਼ਿਪ ਕਿਹਨੇ ਦਿੱਤੀ? ਨੰਬਰ 1। ਜੰਮੂ ਕਸ਼ਮੀਰ ਨੂੰ ਤੁਸੀਂ 70 ਸਾਲਾਂ ਤੋਂ ਤਸੱਦਦਾਂ ਦਿੰਦੇ ਰਹੇ, ਉਹਨੂੰ ਠੇਕੇ ਤੇ ਦੇਈ ਰੱਖਿਆ 4 ਫੈਮਲੀਆਂ ਨੂੰ, ਉਹ ਕਿਹਨੇ ਦਿੱਤਾ ਸੀ? 1984 ਦੇ ਦੰਗੇ ਕਰਾ ਕੇ ਪੰਜਾਬ ਨੂੰ ਤੁਸੀਂ ਅੱਗ ਤੇ ਝੋਲਿਆ, ਉਹ ਕਿਹਨੇ ਕੀਤਾ ਸੀ? ਅੱਜ ਤੁਸੀਂ ਕਸੂਰ ਬਣਾਉਂਦੇ ਹੋ ਤੁਸੀਂ ਮੋਦੀ ਸਰਕਾਰ ਨੂੰ, ਜਿਨੇ ਇੱਕ ਫੌਜੀ ਭਰਾ ਦਾ ਬਦਲਾ ਲਿੱਤਾ। ਸਰਜੀਕਲ ਸਟ੍ਰਾਈਕ ਤੋਂ ਅਸੀਂ ਕੀਤੀ, 에ਅਰ ਸਟ੍ਰਾਈਕ ਅਸੀਂ ਕੀਤੀ, ਕਿਸੇ ਵੀ ਤਰ੍ਹਾਂ ਦਾ ਮਾਨ ਸਨਮਾਨ। ਤੁਸੀਂ ਫੋਰਨ ਪਾਲਿਸੀ ਦੀ ਗੱਲ ਕੀਤੀ ਹੈ, ਹਿੰਦੁਸਤਾਨ ਨੇ 370 ਦੀ ਧਾਰਾ ਤੋੜੀ, ਪਾਕਿਸਤਾਨ ਤੇ ਚਾਈਨਾ ਨੂੰ ਛੱਡ ਕੇ ਸਾਰੇ ਵਰਲਡ ਨੇ ਸਾਡੀ ਸਪੋਰਟ ਕੀਤੀ, ਅਸੀਂ ਸੀਏ ਲਾਗੂ ਕੀਤਾ, ਨਿੰਦਿਆ ਕਰ ਰਿਹਾ ਹੈ। ਅੱਜ ਪੰਜਾਬ ਹਿੰਦੁਸਤਾਨ ਦਾ ਕਿਸਾਨ, ਵਪਾਰੀ, ਕਾਰਖਾਨੇਦਾਰ ਹਾਂਜੀ ਸਰ, ਚਾਈਨਾ ਦੇ ਮੁੱਦੇ ਤੇ ਆਓ। ਜਿਹੜੀ ਮੈਂ ਗੱਲ ਕਹੀ ਹੈ ਇਹਦਾ ਕਸੂਰਵਾਰ ਤਾਂ ਹੈ ਤੁਸੀਂ, ਜਿੱਦਾਂ ਉਹਨਾਂ ਨੇ ਕਿਹਾ ਵੀ ਹੁਣ ਦੀ ਗੱਲ ਕਰੋ ਤੁਸੀਂ। ਇਹ ਤੁਹਾਡੇ ਰਾਹੁਲ ਗਾਂਧੀ ਨੇ ਵੀ ਕਹਿ ਦਿੱਤਾ ਤੇ ਹੋਰ ਸੋਨੀਆ ਗਾਂਧੀ ਨੇ ਵੀ ਕਹਿ ਦਿੱਤਾ ਵੀ ਇਹ 20 ਜਵਾਨ ਕਿੱਦਾਂ ਮਰੇ, ਤੇ ਕੀ ਵਾਕਈ ਉਹਨਾਂ ਕੋਲ ਕੋਈ ਏਦਾਂ ਦੀ ਗਿੱਦੜ ਸਿੰਘੀ ਸੀਗੀ? ਇਹ ਸਰਕਾਰ ਦੀਆਂ ਕਮੀਆਂ ਕਮਜ਼ੋਰੀਆਂ ਨੇ, ਉਹ ਬਿਨਾਂ ਹਥਿਆਰਾਂ ਤੋਂ ਗਏ, ਕਿਸ ਤਰ੍ਹਾਂ ਉਹ ਵਿਚਾਰੇ, ਕਿਸ ਤਰ੍ਹਾਂ ਉਹਨਾਂ ਨੂੰ ਤਸੀਹੇ ਦਿੱਤੇ, ਕਿਸ ਤਰ੍ਹਾਂ ਉਹ ਮਾਰੇ ਗਏ। ਮੈਂ ਸਮਝਦਾ ਸਾਰਿਆਂ ਦੇ ਹਿਰਦੇ ਬਲੂੰਦਰੇ ਗਏ। ਅੱਜ ਮੈਂ ਸਮਝਦਾ ਸਾਰੇ, ਅੱਜ ਮੈਂ ਕੱਲ ਅਸੀਂ ਵੀ ਜਾ ਰਹੇ ਹਾਂ, ਉਹਨਾਂ ਦੇ ਘਰ ਘਰ ਜਾ ਰਹੇ ਹਾਂ, ਪਰ ਜੋ ਸਾਡੇ ਦੇਸ਼ ਦੇ, ਸਾਡੇ ਪੰਜਾਬ ਦੇ ਉਹ ਜਵਾਨ ਮਾਰੇ ਗਏ ਨੇ, ਤੇ ਇਹ ਤਾਂ ਉਹ ਲੋਕ ਨੇ ਜਦ ਕਾਰਗਿਲ ਦਾ ਯੁੱਧ ਹੋਇਆ ਸੀ, ਇਹਨਾਂ ਦੇ ਬਾਰੇ ਇੱਕ ਭਾਰਤ ਦੇ ਫੇਮਸ ਕਵੀ ਬਾਲ ਕਵੀ ਬਰਾਗੀ ਨੇ ਲਿਖਿਆ ਸੀ ਕਿ ਅਮਨ ਵੇਚ ਡਾਲਾ, ਚਮਨ ਵੇਚ ਡਾਲਾ, वतन करेंगे वो कैसे, शहीदों का जिन्होंने कफन बेच डाला। ये शहीदा ने खान वाली भाजपा देश की राखी की आस नहीं की जा सकती। बाबा जी तुसीं साडे नाल जुड़े, बहुत बहुत धन्यवाद, थैंक यू। एक मिनट जी, मैं गल जरा क्लैरिफाई करना। ਆਪਾਂ ਬਹਿਸ ਨੂੰ ਇੱਕ ਪੋਲੀਟੀਕਲ ਪਾਸੇ ਲੈ ਜਾ ਰਹੇ ਹਾਂ ਕਿ ਇਹਨੇ ਸਰਕਾਰ ਨੇ ਉਹਨੇ ਕੀਤਾ ਤੇ ਉਹਨੇ ਕੀਤਾ ਤੇ ਉਹਨੇ ਕੀਤਾ। ਅਸੀਂ ਅੱਜ ਪਹਿਲਾਂ ਤਾਂ ਦੇਖੀਏ ਵੀ ਹੋਇਆ ਕੀ ਹੈ। ਇਹ ਕੋਈ ਕ੍ਰਿਕਟ ਮੈਚ ਨਹੀਂ ਹੈ ਕਿ ਸਾਡੇ 20 ਮਰ ਗਏ ਤੇ 3 ਉਹਨਾਂ ਦੇ 40 ਦਾ ਸਕੋਰ ਹੋ ਗਿਆ, ਕੋਈ ਉਹ ਨਹੀਂ ਹੈ। ਇੱਕ ਜਵਾਨ ਵੀ ਮਰਨਾ, ਇੱਕ ਵਿਡੋ ਹੁੰਦੀ ਹੈ ਤੇ ਇੱਕ ਜਵਾਕ ਅਨਾਥ ਹੋ ਜਾਂਦਾ ਹੈ। ਸਾਨੂੰ ਉਹਦੀ ਬਹੁਤ ਉਹਦੀ ਕੀਮਤ ਹੀ ਕੋਈ ਨਹੀਂ। ਇਹ ਨਹੀਂ ਸੋਚਿਆ ਵੀ ਉਧਰ ਕਿੱਦੇ ਮਰ ਗਿਆ। ਇਹ ਬੈਲੈਂਸ ਸ਼ੀਟਾਂ ਨਹੀਂ, ਕੋਈ ਅਕਾਊਂਟਸ ਬੁੱਕਸ ਨਹੀਂ ਵੀ ਅਸੀਂ ਐਂਡ ਤੇ ਬੈਲੈਂਸ ਸ਼ੀਟਾਂ ਬਣਾਉਣੀਆਂ, ਇੰਨੇ ਮਰ ਗਏ ਉਹਨੇ ਮਰ ਗਏ। ਬਾਕੀ ਜਿਹੜੀ ਤੁਸੀਂ ਗਲੋਬਲ ਟਾਈਮਸ ਦੀ ਗੱਲ ਕਰਦੇ ਹੋ, ਇੱਕ ਵੀ ਟਵੀਟ ਦਿਖਾਓ ਉਹਨਾਂ ਦਾ ਕਿਤੇ ਗਲੋਬਲ ਟਾਈਮਸ ਦਾ। ਸੈਟੇਲਾਈਟ ਫੋਟੋ ਤੁਸੀਂ ਛੱਡੋ, ਸੈਟੇਲਾਈਟ ਫੋਟੋ ਯੂਐਸਏ ਦੇ, ਤੁਸੀਂ 에ਅਰ ਫੋਟੋਜ਼ ਦੇਖ ਲਓ, ਗੂਗਲ ਮੈਪ ਖੋਲੋ, ਇਨਲਾਰਜ ਕਰਕੇ ਸੈਟੇਲਾਈਟ ਵਿਊ ਦੇਖ ਲਓ। ਬੰਕਰ ਪਰਮਾਨੈਂਟ ਬਣੇ ਹੋਏ ਨੇ ਉੱਥੇ, ਹੁਣ ਵੀ ਬਣੇ ਹੋਏ ਨੇ। ਫਿੰਗਰ 4 ਔਰ 8 ਦੇ ਵਿਚਾਲੇ ਬੰਕਰ ਬਣੇ ਨੇ। ਪੂਰੀ ਕੰਟੂਨਮੈਂਟ ਬਸ ਰਹੀ ਹੈ ਚਾਈਨਾ ਦੀ, ਇੱਕ ਐਕਸਰਸਾਈਜ਼ ਹੋਈ ਹੈ। ਸਾਨੂੰ ਕੀ ਉਹ ਦਿਸ ਨਹੀਂ ਰਿਹਾ? ਕਰਨਲ ਸਾਹਿਬ ਚਲੋ ਮੈਂ ਰਜੀਸ਼ ਨੂੰ ਇੱਕ ਗੱਲ ਜਵਾਬ ਦੇ ਦਾਂ। ਦੇਖੋ ਗੱਲ ਇਹ ਕਰਨਲ ਸਾਹਿਬ, ਬਿਲਕੁਲ ਤੁਸੀਂ ਗੱਲ ਠੀਕ ਕਹੀ ਹੈ। ਇੱਕ ਕ੍ਰਿਕਟ ਦਾ ਮੈਚ ਨਹੀਂ ਹੈ ਵੀ ਕਿੰਨੇ ਰਨ ਮਾਰੇ, ਲੇਕਿਨ ਜਿਸ ਟਾਈਮ ਫੌਜਾਂ ਜੰਗ ਬਾਰਡਰ ਤੇ ਖੜਦੀਆਂ ਤਾਂ ਫੌਜਾਂ ਦਾ ਆਪਣੇ ਆਪ ਨੂੰ ਉਹ ਸ਼ਹੀਦ ਕਰਦੇ ਹੋਏ, ਆਪਣੇ ਆਪ ਨੂੰ ਆਪਣੀ ਜਾਨ ਕੁਰਬਾਨੀ ਕਰਦੇ ਹੋਏ ਦੇਸ਼ ਦੀ ਰੱਖਿਆ ਕਰਦੇ ਆ। ਉੱਥੇ ਬਾਰਡਰ ਤੇ ਕਲੈਸ਼ ਹੋਇਆ, ਜਿਹੜੀ ਤੁਸੀਂ ਗੱਲ ਕੀਤੀ ਹੈ। ਦੇਖੋ 1967 ਦੇ ਅੰਦਰ ਚਾਈਨਾ ਤੇ ਇੰਡੀਆ ਦੀ ਵਾਰ ਹੋਈ ਸੀਗੀ, 1962 ਤੋਂ ਬਾਅਦ 67 ਚ ਵੀ ਹੋਈ ਸੀਗੀ, ਨਥੂਲਾ ਉਸ ਤੇ ਦर्रे ਤੇ ਹੋਈ ਸੀ, ਔਰ ਹਿੰਦੁਸਤਾਨ ਨੇ ਉਹ ਜੰਗ ਜਿੱਤੀ ਸੀ।
ਚਾਈਨਾ ਨੇ ਉਦੋਂ ਸਾਰਾ ਡਾਟਾ ਲੁਕੋ ਲਿਆ ਸੀ। ਸਾਡੇ ਸ਼ਹੀਦ ਹੋਏ ਸੀ ਕੋਈ 70-80 ਨੌਜਵਾਨ ਤੇ ਉਹਨਾਂ ਦੇ 300 ਤੋਂ ਉੱਪਰ ਹੋਏ ਸੀ। ਸਵਾਲ ਇਸ ਗੱਲ ਹੈ, ਜਦ ਚਾਈਨਾ ਡਾਊਨਫਾਲ ਹੁੰਦਾ ਹੈ, ਜਦ ਚਾਈਨਾ ਹਾਰਦਾ ਤਾਂ ਉਹਨੇ ਉਦੋਂ ਹਮੇਸ਼ਾ ਡਾਟਾ ਲੁਕੋਇਆ। 1962 ਤੋਂ ਉਹਨੇ ਜਾਗਰ ਕੀਤਾ। ਸੋ ਉਹ ਅੱਜ ਦੀ ਡੇਟ ਤੇ ਵੀ ਜਿਹੜਾ ਚਾਈਨਾ ਉਹ ਡਾਊਨਫਾਲ ਹੈ। ਠੀਕ ਹੈ, ਉਹਨਾਂ ਨੇ ਅਟੈਕ ਕੀਤਾ, ਸਾਡਾ ਲੋਕ ਅਸੀਂ ਭਰੋਸਾ ਕਰਨ ਵਾਲੇ, ਅਸੀਂ ਭਰੋਸਾ ਕੀਤਾ, ਉਹਨਾਂ ਅਟੈਕ ਕੀਤਾ, ਅਟੈਕ ਦਾ ਜਵਾਬ ਜਿਹੜਾ ਸਾਡੇ ਜਵਾਨਾਂ ਨੇ ਦੁੱਗਣੀ ਫੋਰਸ ਨਾਲ ਦਿੱਤਾ। ਤਾਂ ਰਣਜੀਤ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, 66 ਸਾਲ ਪਹਿਲਾਂ ਵੀ ਇੱਕ ਸਮਝੌਤਾ ਹੋਇਆ ਸੀ ਜਦੋਂ ਗੱਲ ਕੀਤੀ ਸਾਡੇ ਦੇਸ਼ ਦੇ ਪਹਿਲੇ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਨਾਲ, ਉਹਨਾਂ ਦਾ ਪ੍ਰਾਈਮ ਮਿਨਿਸਟਰ ਸੀ ਚਾਓ ਜੀ, ਉਹਨਾਂ ਨਾਲ ਸਮਝੌਤਾ ਹੋਇਆ ਸੀ। ਉਦੋਂ ਸਮਝੌਤਿਆਂ 'ਚ ਸਾਰੀਆਂ ਹੀ ਗੱਲਾਂ ਲਿਖੀਆਂ ਗਈਆਂ ਸੀ ਵੀ ਤੁਸੀਂ LAC ਦਾ ਉਲੰਘਣ ਨਹੀਂ ਕਰਨਾ, ਤੁਸੀਂ ਸ਼ਾਂਤੀ ਬਣਾਏ ਰੱਖਣੀ ਹੈ, ਔਰ ਤੁਸੀਂ ਵਪਾਰ ਨੂੰ ਅਸੀਂ ਇੱਕ ਦੂਜੇ ਦੀ ਆਰਥਿਕ ਸਥਿਤੀ ਮਜ਼ਬੂਤ ਕਰਨੀ ਹੈ, ਔਰ ਵਪਾਰ ਪਿੱਛੇ ਇੰਡੀਆ ਕਦੇ ਵੀ ਪਿੱਛੇ ਨਹੀਂ ਹਟਿਆ। ਜੇ ਅੱਜ ਉਹਨਾਂ ਨੇ ਦਗਾ ਕੀਤਾ ਕਿ ਉਹ ਸਮਝਦੇ ਹੋ ਕਿ ਹੁਣ ਇਸ ਵੇਲੇ ਭਾਰਤ ਸਰਕਾਰ ਨੂੰ ਕੋਈ ਬਹੁਤ ਵੱਡਾ ਐਕਸ਼ਨ ਚਾਹੀਦਾ, ਕਿਉਂਕਿ ਸਾਰੇ ਲੋਕ ਇਹੀ ਕਹਿ ਰਹੇ ਵੀ ਐਕਸ਼ਨ ਚਾਹੀਦਾ। ਦੇਖੋ ਗੱਲ ਇਹ ਹੈ, ਪਹਿਲਾਂ ਤਾਂ ਮੈਂ ਉਹਨਾਂ ਸ਼ਹੀਦਾਂ ਨੂੰ ਨਮਨ ਕਰਦਾ ਜੀ, ਜਿਹੜੇ ਸਾਡੇ 20 ਨੌਜਵਾਨ ਦੇਸ਼ ਦੀ ਰੱਖਿਆ ਕਰਦੇ ਹੋਏ ਬਾਰਡਰ ਤੇ ਸ਼ਹੀਦ ਹੋਏ। ਜੀ ਬਿਲਕੁਲ, ਉਹਨਾਂ ਚੋਂ 4 ਮਹਾਨ ਸਪੂਤ ਸਾਡੇ ਪੰਜਾਬ ਦੀ ਧਰਤੀ ਤੋਂ ਸੀ। ਜੀ ਜੀ। ਇਹ ਰਿਬਿਲਾ ਉਹ ਨਹੀਂ ਹੈਗਾ ਕਿ ਅਸੀਂ ਰਾਜਨੀਤਿਕ ਤੌਰ ਤੇ ਕੋਈ ਕਿਸੇ ਤੇ ਦੂਸ਼ਣਬਾਜ਼ੀ ਜਾਂ ਇਲਜ਼ਾਮਬਾਜ਼ੀ ਲਾਈਏ। ਇਹ ਵੇਲਾ ਇਸ ਗੱਲ ਦਾ ਕਿ ਕਿਉਂ ਚਾਈਨਾ ਇੰਨਾ ਕਲਪਿਆ ਵੀ ਉਹਨੂੰ ਇੱਥੇ ਤੱਕ ਪਹੁੰਚਣਾ ਪਿਆ। ਉਹਦਾ ਇਤਿਹਾਸ ਆ, ਤੁਸੀਂ ਗੱਲ 1962 ਦੀ ਕਰ ਰਹੇ ਹੋ ਤਾਂ 1962 ਦੇ ਵਿੱਚ ਵੀ ਇਹੀ ਸਥਿਤੀ ਸੀ ਔਰ ਅੱਜ ਵੀ ਉਹਦੀ ਉਹੀ ਸਥਿਤੀ ਆ। ਲੇਕਿਨ ਅੱਜ ਜਵਾਬ ਦੇਣ ਨੂੰ ਸਾਡੇ ਜਿਹੜੇ ਨੌਜਵਾਨ ਫੌਜੀ ਵੀਰ ਨੇ, ਉਹਨਾਂ ਕੋਲ ਉਸ ਵੇਲੇ ਦੀ ਬਨਿਸਬਤ ਅੱਜ ਜ਼ਿਆਦਾ ਪਾਵਰਾਂ ਨੇ, ਉਹ ਸક્ષਮ ਨੇ। ਮੋਦੀ ਜੀ ਨੇ ਕੱਲ ਕਹਿ ਵੀ ਦਿੱਤਾ ਕਿ ਇਹ ਸਾਰੀ ਪਲਟਨ ਨੂੰ ਫੁੱਲ ਅਖਤਿਆਰ ਨੇ। ਅਗਰ ਕੋਈ ਅਟੈਕ ਕਰਦਾ, ਕੋਈ ਉਹਨਾਂ ਦੇ ਉੱਤੇ ਕੋਈ ਸਾਡੀ ਸੀਮਾ ਨੂੰ ਲੰਘਣ ਦੀ ਕੋਸ਼ਿਸ਼ ਕਰਦਾ, ਇਹ ਬਹੁਤ ਅੱਛੀ ਗੱਲ ਹੈ ਕਿਉਂਕਿ ਪਰਮਿਸ਼ਨ ਨਹੀਂ ਦਿੰਦੇ, ਪੂਰੀ ਅਧਿਕਾਰ ਆ ਵੀ ਉਹਦਾ ਜਵਾਬ ਦੇਵੇ ਜੀ। ਇਹ ਜਿਹੜੀ ਗੱਲ ਹੈ, ਤੁਸੀਂ ਪਿੱਛੇ ਚਲੇ ਜਾਓ, ਬਾੜ ਦੀ ਗੱਲ ਕਰਦੇ ਆ ਤਾਂ ਬਾੜ ਵੇਲੇ ਦੀਆਂ ਤਾਂ ਅਸੀਂ, ਮੇਰੇ ਖਿਆਲ ਸਾਡਾ ਤਾਂ ਜਨਮ ਨਹੀਂ ਸੀ ਹੋਇਆ ਉਸ ਵੇਲੇ, ਉਹ ਬਾੜ ਵੇਲੇ ਦੀ ਅਸੀਂ ਪਿਕਚਰਾਂ ਦੇਖਦੇ ਆ ਤੇ ਉਸ ਵੇਲੇ ਉਹ ਦਿਖਾਉਂਦੇ ਸੀ 1 ਕਿਲੋਮੀਟਰ ਤੇ ਫੌਜ ਆ ਗਈ, ਕਹਿੰਦਾ ਜੀ ਨੋ ਫਾਇਰ, ਅੱਧੇ ਕਿਲੋਮੀਟਰ ਤੇ ਨੋ ਫਾਇਰ। ਜਦ ਸਿਰ ਤੇ ਆ ਕੇ ਉਹਨਾਂ ਦੀ ਪਲਟਨ ਖੜ ਗਈ, ਉਸ ਵੇਲੇ ਵੀ ਉਹਨਾਂ ਨੂੰ ਨੋ ਫਾਇਰ ਕਹਿ ਰਹੇ ਸੀ, ਉਹਨੂੰ ਜਾਨ ਬਚਾਉਣ ਦੇ ਲਈ ਸਾਡੀ ਪਲਟਨ ਉੱਥੇ ਸ਼ਹੀਦ ਹੋਈਆਂ ਜੀ। ਇਹ ਜਿਹੜੇ ਲੋਕ ਇਲਜ਼ਾਮ ਲਾਉਂਦੇ ਨੇ, ਇਹਨਾਂ ਨੂੰ ਉਹ ਇਤਿਹਾਸ ਆਪਣਾ ਯਾਦ ਰੱਖਣਾ ਚਾਹੀਦਾ ਜੀ। ਸਾਡਾ ਕੋਈ ਫੌਜ ਜਵਾਨ, ਕਰਨਲ ਸਾਹਿਬ ਨੇ ਗੱਲ ਕਹੀ, ਪ੍ਰਵੀਨ ਜੀ ਨੇ ਗੱਲਾਂ ਕੀਤੀਆਂ ਵੀ ਸਾਡਾ ਇੱਕ ਵੀ ਜਵਾਨ ਸਾਡੇ ਲਈ ਬਹੁਤ ਬੇਸ਼ਕੀਮਤੀ ਆ, ਸਾਡੇ ਦੇਸ਼ ਦਾ, ਸਾਡੇ ਲਈ ਸ਼ਹੀਦ ਹੋਣਾ। ਔਰ ਮੈਂ ਕਹਿੰਦਾ ਅਸੀਂ ਇਸ ਗੱਲ ਨੂੰ ਝੁਠਲਾ ਨਹੀਂ ਸਕਦੇ। ਸਾਡੇ ਉਹਨਾਂ ਜਵਾਨਾਂ ਨੇ ਭਰਪੂਰ ਜਵਾਬ ਦਿੱਤਾ ਔਰ ਉਹ 20 ਦੇ ਬਦਲੇ 43 ਮਾਰੇ। ਅਸੀਂ ਇਸ ਗੱਲ ਨੂੰ ਨੈਗਲੈਕਟ ਨਾ ਕਰੀਏ, ਸਾਡੇ ਜਵਾਨਾਂ ਦਾ ਹੌਸਲਾ ਸੀ ਉਹਨੂੰ ਬੁਲੰਦ ਕਰੀਏ ਵੀ ਉਹਨਾਂ ਨੇ ਜਵਾਬ ਦਿੱਤਾ ਘੱਟ ਸੰਖਿਆ ਚ ਹੋਣ ਦੇ ਬਾਵਜੂਦ। ਔਰ ਚਾਈਨਾ, ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਕਿ ਚਾਈਨਾ ਇਸ ਹਾਲਾਤ ਤੇ ਕਿਉਂ ਪਹੁੰਚਿਆ, ਉਹਨੂੰ ਕੀ ਜ਼ਰੂਰਤ ਪਈ। ਪਿਛਲਾ ਉਹਦਾ ਬਾਹਰ ਤੋਂ ਲੈ ਕੇ ਅੱਜ ਤੱਕ ਦਾ ਇਹੀ ਇਤਿਹਾਸ ਰਿਹਾ ਕਿ ਚਾਈਨਾ ਹਮੇਸ਼ਾ ਬਾਰਡਰ ਦੇ ਉੱਤੇ ਕੁਝ ਐਸਾ ਥੋੜਾ ਬਹੁਤਾ ਆਪਣੀ ਘੁਸਪੈਠ ਕਰਦਾ ਰਿਹਾ ਜੀ। ਲੇਕਿਨ ਮੋਦੀ ਜੀ ਨੇ ਪਿੱਛੇ ਆ ਕੇ ਸੀਮਾ ਦੇ ਉੱਤੇ, ਖਾਸ ਕਰਕੇ ਐਸੇ ਏਰੀਆ 'ਚ ਜਿੱਥੇ ਪਹੁੰਚਣਾ ਬੜਾ ਦੁਰਗਮ ਆ, ਉਹਨਾਂ ਇਲਾਕਿਆਂ ਦੇ ਵਿੱਚ ਪੱਕੀ ਸੜਕਾਂ ਔਰ ਹਰ ਤਰ੍ਹਾਂ ਦਾ ਇੰਫਰਾਸਟ੍ਰਕਚਰ ਉੱਥੇ ਮੁਹੱਈਆ ਕਰਾਉਣਾ ਸ਼ੁਰੂ ਕਰਤਾ, ਜਿਸ ਨੂੰ ਦੇਖ ਕੇ ਉਹ ਹੋਰ ਜ਼ਿਆਦਾ ਕਲਪ ਗਿਆ। ਕੀ ਇਸ ਗੱਲ ਨੂੰ ਅਸੀਂ ਝੁਠਲਾ ਸਕਦੇ ਆ? ਕੀ ਇਸ ਗੱਲ ਨੂੰ ਕੋਈ ਦੂਜੀਆਂ ਪੋਲੀਟੀਕਲ ਪਾਰਟੀ ਜਾਂ ਕੋਈ ਵੀ ਆਦਮੀ ਝੁਠਲਾ ਸਕਦਾ? ਚਲੋ, ਇਹ ਸਾਰੀ ਦੇਣ ਜਿਹੜੀ ਮੋਦੀ ਜੀ ਦੀ ਆ। ਉਸ ਤੋਂ ਵੀ ਵੱਡੀ ਗੱਲ, ਇਸ ਵੇਲੇ ਜਿਸ ਢੰਗ ਦੇ ਨਾਲ ਚਾਈਨਾ ਦੀ ਥੂ ਹੋ ਰਹੀ ਹੈ ਡਿਊ ਟੂ ਕਰੋਨਾ ਕਰਕੇ, ਸਾਰੀ ਦੁਨੀਆ ਉਹਦੇ ਤੇ ਇਲਜ਼ਾਮ ਲਾ ਰਹੀ ਹੈ ਕਿ ਇਹ ਮੈਨ ਮੇਡ ਬਿਮਾਰੀ ਚਾਈਨਾ ਨੇ ਡਿਵੈਲਪ ਕਰਕੇ ਦੁਨੀਆ ਨੂੰ ਦਿੱਤੀ ਹੈ। ਉਹਨੇ ਦੁਨੀਆ ਦੇ ਉੱਤੇ ਆਪਣਾ ਵਿਸਤਾਰ ਕਰਨ ਲਈ, ਆਪਣਾ ਬਾਜ਼ਾਰ ਵਧਾਉਣ ਦੇ ਲਈ, ਕਬਜ਼ਾ ਕਰਨ ਦੇ ਲਈ ਇਸ ਬਿਮਾਰੀ ਨੂੰ ਅੱਗੇ ਵਧਾਇਆ। ਅੱਜ ਉਹ ਇਸ ਗੱਲ ਤੋਂ ਕਲਪਿਆ ਹੋਇਆ ਕਿਉਂਕਿ ਸਾਰਾ ਵਿਸ਼ਵ ਉਹਦੇ ਖਿਲਾਫ ਉੱਠ ਖੜਾ ਹੋ ਰਿਹਾ। ਉਹਨਾਂ ਦਾ ਧਿਆਨ ਕਨਵਰਟ ਕਰਨ ਦੇ ਲਈ ਉਹਨੇ ਇਸ ਤਰ੍ਹਾਂ ਦੀਆਂ ਇਹ ਜਿਹੜੇ ਲਾਂਛਨ ਭਰੇ ਕੰਮ ਕੀਤੇ ਨੇ। ਅਸੀਂ ਇਹਦੀ ਬੜੀ ਸਖਤ ਦੇ ਚ ਨਿਖੇਧੀ ਕਰਦੇ ਹਾਂ। ਬਿਲਕੁਲ ਕਰਨ ਸਾਹਿਬ, ਮੈਂ ਥੋੜਾ ਸ਼ਾਰਟ ਟਰਮ ਚ ਸਾਰਿਆਂ ਨੂੰ ਇਨਵੋਲਵ ਕਰਨਾ। ਮੈਂ ਇਹ ਕਹਿਣਾ ਚਾਹੁੰਦਾ ਵੀ ਹੁਣ ਲੋਕ ਔਰ ਦੇਸ਼ ਵੀ ਐਕਸ਼ਨ ਮੰਗਦਾ। ਐਕਸ਼ਨ ਦਾ ਮਤਲਬ ਇਹ ਨਹੀਂ ਹੈ ਵੀ ਇਮੀਡੀਏਟ ਦੋਨਾਂ ਦੇਸ਼ਾਂ ਦੀ ਲੜਾਈ ਹੋ ਜਾਏ, ਕਿਉਂਕਿ ਸਮਝੌਤੇ ਹੋਏ ਆ, ਹਜੇ ਵੀ ਉਸ ਜਗ੍ਹਾ ਤੇ ਗੋਲੀ ਨਹੀਂ ਚੱਲੀ। ਪਰ ਲੇਕਿਨ ਗੋਲੀ ਨਾਲ ਵੀ ਮਰਨਾ, ਉਦਾਂ ਵੀ ਜਿਹੜੀ ਮਰਨਾ ਉਹ ਸ਼ਹਾਦਤ ਹੋ ਜਾਂਦੀ ਹੈ। ਬੰਦੇ ਦੇ ਪਰਿਵਾਰ ਦਾ ਜਿਹੜਾ ਜੀ ਇੱਕ ਜਵਾਨ ਜਾਣਾ ਸਾਡੇ ਲਈ ਬਹੁਤ ਬੇਸ਼ ਕੀਮਤੀ ਹੈ। ਔਰ ਤੁਸੀਂ ਕੀ ਸਮਝਦੇ ਹੋ ਵੀ ਹੁਣ ਇਸ ਵੇਲੇ
ਹੋਣਾ ਕੀ ਚਾਹੀਦਾ ਐਜ਼ ਏ ਤੁਸੀਂ ਕਰਨਲ ਐਸ ਰਿਟਾਇਰ ਆਫੀਸਰ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਔਨ ਸਿਚੁਏਸ਼ਨ ਔਨ ਗਰਾਊਂਡ ਸਿਚੁਏਸ਼ਨ ਹੈ ਉਹ ਲੋਕਲ ਕਮਾਂਡਰਾਂ ਤੇ ਛੱਡੋ ਜੀ। ਸਾਡੀ ਪਰ ਕਮਾਂਡਰਾਂ ਦੀ ਪਹਿਲਾਂ ਮੀਟਿੰਗ ਹੋ ਚੁੱਕੀ ਮੈਂ ਸੀ। ਉਹੀ ਉਸੇ ਗੱਲ ਤੇ ਆ ਰਿਹਾ ਵੀ ਉਹ ਬੇਨਤੀ ਜਾ ਰਹੀ ਇੱਕ ਪ੍ਰੋਫੈਸ਼ਨਲ ਵੇ ਨਾਲ ਆਰਮੀ ਲੜਦੀ ਹੁੰਦੀ ਹੈ, ਜੀ। ਡਾਂਗਾ ਸੋਟਿਆਂ ਨਾਲ ਆਰਮੀਆਂ ਨਹੀਂ ਲੜਦੀਆਂ ਹੁੰਦੀਆਂ, ਵਰਲਡ ਦੀਆਂ ਪ੍ਰੋਫੈਸ਼ਨਲ ਆਦਮੀਆਂ। ਬਿਲਕੁਲ। ਇਹ ਸਾਡੀ ਅਪਰੋਚ ਬਿਲਕੁਲ ਗਲਤ ਸੀ, ਬਿਲਕੁਲ। ਜਿੱਥੋਂ ਵੀ ਆਰਡਰ ਆਏ, ਜਿੱਥੋਂ ਹਾਂ, ਵੀ ਸੀ। ਹਾਂ। ਦੂਜਾ, ਸਾਨੂੰ ਇੱਕ ਦੁਸ਼ਮਣ ਦੀ ਅਸੀਂ ਮਨਸ਼ਾ ਨਹੀਂ ਪੜ ਸਕੇ। ਜਦੋਂ ਬੰਦਾ ਪਿੱਛੇ ਨਹੀਂ ਹਟ ਰਿਹਾ ਤੇ ਅਸੀਂ ਨਿਹੱਥੇ ਜਾ ਕੇ ਉਹਦੇ ਕੋਲੇ ਬੇਨਤੀ ਕਰਨ ਗਏ ਆ, ਇਹ ਗਲਤ ਸੀ। ਜੀ। ਜਿਹੜਾ ਤੁਸੀਂ ਕਹਿ ਰਹੇ ਹੋ ਬਿਲਕੁਲ। ਨੈਗੋਸ਼ੀਏਸ਼ਨ ਹੋਈ, ਗੱਲਬਾਤ ਹੋਈ, ਇਹ ਕਿੱਥੇ ਪੁੱਠਾ ਗੇਰ ਲੱਗਿਆ। ਗੱਲਬਾਤ ਹੁੰਦੀ ਹੈ ਪਹਿਲਾਂ ਡਿਪਲੋਮੈਟਿਕ ਲੈਵਲ ਤੇ, ਸਰਕਾਰਾਂ ਮਿਲਦੀਆਂ ਨੇ ਡਿਪਲੋਮੈਟਿਕ ਲੈਵਲ ਤੇ ਟਰਮਸ ਆਫ ਰੈਫਰੈਂਸ ਤੈਅ ਹੁੰਦੀਆਂ ਨੇ ਵੀ ਕਿੱਥੋਂ ਪਿੱਛੇ ਹਟਣਾ ਤੇ ਕੀ ਸਾਡੀਆਂ ਟਰਮਸ ਆਫ ਰੈਫਰੈਂਸ ਨੇ, ਉਹ ਥੱਲੇ ਦਿੱਤੀਆਂ ਜਾਂਦੀਆਂ ਨੇ। ਫਿਰ ਮਿਲਟਰੀ ਕਮਾਂਡਰ ਗਰਾਊਂਡ ਤੇ ਉਹਨਾਂ ਨੂੰ ਤਾਂ ਕਹਿੰਦੇ ਜੈ ਸ਼ੰਕਰ ਨੂੰ ਵੀ ਇਨਵੋਲਵ ਕੀਤਾ ਗਿਆ, ਰਾਜਨਾਥ ਡਿਫੈਂਸ ਮਿਨਿਸਟਰ ਨੂੰ ਇਨਵੋਲਵ ਕੀਤਾ ਗਿਆ, ਗ੍ਰਹਿ ਮੰਤਰੀ ਨੂੰ ਇਨਵੋਲਵ ਕੀਤਾ ਗਿਆ। ਸਾਡਾ ਲੈਫਟੀਨੈਂਟ ਜਨਰਲ ਉਹਨਾਂ ਦੇ ਮੇਜਰ ਜਨਰਲ ਨਾਲ ਕਰਕੇ ਮੀਟਿੰਗ ਆ ਰਿਹਾ ਹੈ। ਆਰਮੀ ਉਹ ਕਦੇ ਵੀ 1 ਇੰਚ ਦਾ ਡਿਸੀਜਨ ਨਹੀਂ ਲੈ ਸਕਦੀ। ਆਰਮੀ ਦੀ ਮੀਟਿੰਗ ਬੇਫਜ਼ੂਲ ਹੋਏਗੀ ਜਦੋਂ ਤੱਕ ਉੱਪਰ ਮੀਟਿੰਗ ਨਹੀਂ ਹੋਈ ਤਾਂ ਗਾਈਡਲਾਈਨ ਨਹੀਂ ਹੋਈ। ਇਹਦਾ ਮਤਲਬ ਸਰਕਾਰਾਂ ਦੇ ਆਦੇਸ਼ਾਂ ਨਾਲ ਹੀ ਸਾਰਾ ਕੁਝ ਚੱਲਣਾ। ਦੇਖੋ ਗੋਲੀ ਤਾਂ ਦੋਨੋਂ ਪਾਸਿਓਂ ਨਹੀਂ ਚੱਲੀ। ਦੇਖੋ ਮੈਂ ਇੱਕ ਪਾਸੇ ਨਹੀਂ ਕਰ, ਗੋਲੀ ਦੂਜੇ ਪਾਸਿਓਂ ਕਿਹੜਾ ਗੋਲੀ ਚੱਲੀ? ਹਾਂਜੀ। ਦੇਖੋ ਮੈਂ ਇੱਕ ਜਵਾਬ ਦਿੰਦਾ। ਕਰਨਲ ਸਾਹਿਬ ਠੀਕ ਹੈ, ਇਹਨਾਂ ਦਾ ਆਪਣਾ ਤਜਰਬਾ ਉਸ ਹਿਸਾਬ ਨਾਲ ਕਹਿ ਰਹੇ ਥੋੜ੍ਹਾ ਆ। ਠੀਕ ਹੈ। ਸੱਚਾਈ ਕੀ ਹੈ? ਬਾਰਡਰ ਤੇ ਜਿਸ ਟਾਈਮ ਦੋਨੋਂ ਧਿਰਾਂ ਦੀਆਂ ਫੌਜਾਂ ਜੀ ਪੈਟਰੋਲਿੰਗ ਕਰਦੀਆਂ ਜੀ। ਤਾਂ ਉਹਨਾਂ ਦੇ ਕੁਝ ਸਮਝੌਤੇ ਹੋਏ ਹੋਏ। ਉਹ ਸਮਝੌਤੇ ਚੋਂ ਹਥਿਆਰ ਲੈ ਕੇ ਨਹੀਂ ਚੱਲ ਸਕਦੇ। ਹਥਿਆਰ ਦੋਨੋਂ ਪਾਸੇ ਨਹੀਂ ਸੀਗੇ। ਇਹ ਕਹਿੰਦੇ ਵੀ ਸਾਡੇ ਬੰਦਿਆਂ ਕੋਲੇ ਪਾਵਰਾਂ ਨਹੀਂ ਸੀਗੀਆਂ। ਮੋਦੀ ਸਾਹਿਬ ਨੇ ਖੁੱਲੀ ਪਾਵਰਾਂ ਦੇਤੀਆਂ ਵੀ ਮਿਲਟਰੀ ਆਪਣੇ ਹਿਸਾਬ ਨਾਲ ਕਰ ਸਕਦੀ, ਐਮਰਜੈਂਸੀ ਪਾਵਰਾਂ ਦੇਤੀਆਂ ਜਿਹੜੀਆਂ ਇਮੀਡੀਏਟ ਡਿਸੀਜਨ ਲੈ ਸਕਦੀਆਂ। ਕਮਾਂਡਰ ਲੈਵਲ ਕੋਲ ਪਾਵਰਾਂ ਹੈਗੇ ਤਾਂ ਹੀ ਇਹਨਾਂ ਕੁਝ ਹੋ ਗਿਆ। ਐਸੀ ਕੋਈ ਗੱਲ ਨਹੀਂ ਸੀ, ਕਿਉਂਕਿ ਸਮਝੌਤਾ ਸੀ, ਇਸ ਲਈ ਸਾਡੇ ਬੰਦੇ ਕੋਲ ਹਥਿਆਰ ਨਹੀਂ ਸੀ। ਜਿੱਥੇ ਤੱਕ ਗੱਲ ਹੈ ਸਰਕਾਰਾਂ ਦੀ, ਸਰਕਾਰਾਂ ਨੇ ਲੇਟੈਸਟ ਆਰਮਜ਼ ਲਿੱਤੇ, ਲੇਟੈਸਟ ਫਾਈਟਰ ਲਿੱਤੇ, ਲੇਟੈਸਟ ਹੈਲੀਕਾਪਟਰ ਲਿੱਤੇ। ਔਰ ਉਹ ਜਿਸ ਗੱਲ ਦਾ ਮੇਨ ਪੰਗਾ, ਕਿਉਂਕਿ ਚਾਈਨਾ 1962 ਦੇ ਹਿਸਾਬ ਨਾਲ ਸੋਚਦਾ ਸੀ, ਜਿਹੜੇ ਬਾਰਡਰ ਤੇ ਸਾਡੇ ਮਿਲਟਰੀ ਨੂੰ ਜਾਂਚ 5-5 6-6 ਦਿਨ ਲੱਗਦੇ ਸੀਗੇ, ਹਿੰਦੁਸਤਾਨ ਨੇ ਇਹ ਠੀਕ ਹੈ 20 ਸਾਲ ਪਹਿਲਾਂ ਪ੍ਰੋਜੈਕਟ ਸ਼ੁਰੂ ਹੋਏ ਸੀ, ਲੇਕਿਨ 2014 ਤੋਂ ਬਾਅਦ ਇਹ ਪ੍ਰੋਜੈਕਟ ਬੜੀ ਤੇਜ਼ੀ ਦੇ ਨਾਲ 2 ਸੜਕਾਂ, ਇੱਕ ਤਾਂ ਜਿਹੜੀ ਸ਼ੌਕ ਦੌਲਤ ਜਿਹੜੀ ਬਿਗ ਓਡੀ ਰੋਡ ਕਹਿ ਰਹੇ ਆ, ਜਿਹਨੂੰ DSDB ਰੋਡ ਕਹਿੰਦੇ ਆ, ਜਿਹੜੀ ਸਿੱਧੀ ਨਾਰਦਰਨ ਪਾਰਟ ਨੂੰ ਕਨੈਕਟੀਵਿਟੀ ਦਿੰਦੀ ਹੈ, ਇੱਕ ਉਹ ਰੋਡ। ਦੂਸਰੀ ਸਸੋਮਾ ਤੋਂ ਸੇਸਰ ਲਾਰ ਇੱਕ ਰੋਡ ਹੈ, ਉਹ DBO ਨੂੰ ਵੀ ਕਨੈਕਟੀਵਿਟੀ ਦਿੰਦੀ ਹੈ ਤੇ ਆਪਣੇ ਸਾਊਥਰਨ ਪਾਰਟ ਨੂੰ ਵੀ ਕਨੈਕਟੀਵਿਟੀ ਦਿੰਦੀ ਹੈ। ਇਹ ਦੋਏ ਰੋਡ ਬਣਨ ਨਾਲ ਚਾਈਨਾ ਨੂੰ ਇਹ ਲੱਗਿਆ ਵੀ ਇਹਨਾਂ ਦੀ ਜਿਹੜੀ ਮਿਲਟਰੀ ਅਸੈਸਿਬਿਲਿਟੀ ਹੈ ਬੜੀ ਈਜ਼ੀ ਹੋਗੀ। ਦੂਸਰੀ ਗੱਲ ਕਰਨਲ ਸਾਹਿਬ ਨੇ ਹੋਰ ਦੱਸੀ ਵੀ ਐਡੇ ਹਾਈ ਆਲਟੀਟਿਊਡ ਤੇ ਹਿੰਦੁਸਤਾਨ ਦਾ ਜਿਹੜਾ ਜਹਾਜ਼ ਆ ਉੱਥੇ ਉਹ ਲੈਂਡ ਕਰਨਾ, ਉਹਨਾਂ ਜਿਹੜਾ 에ਅਰਪੋਰਟ ਹੈ ਉਹਨਾਂ ਨੇ ਉਹ ਵੀ ਚਾਲੂ ਕਰਤਾ। ਜਿਹੜੀ ਸਭ ਤੋਂ ਵੱਡੀ ਚਾਈਨਾ ਨੂੰ ਇਸ ਗੱਲ ਦੀ ਤਕਲੀਫ ਸੀ ਕਿ ਭਾਰਤ ਇੰਨਾ ਇਨਫਰਾਸਟ੍ਰਕਚਰ ਕ੍ਰੀਏਟ ਕਰ ਰਿਹਾ, ਜਿਸ ਕਰਕੇ ਉਹਨਾਂ ਦੀ ਅਗਰੈਸਿਵਨੈਸ ਉਹਨਾਂ ਦੀ ਨੇਚਰ ਤੇ ਹੈ। ਪਿਛਲੇ 100 ਸਾਲ ਤੋਂ ਤੁਸੀਂ ਦੇਖੋ, ਉਹ ਇਹ ਵੀ ਲੈ ਲਾ ਹਰ ਪਾਸੇ, ਤਿੱਬਤ ਵੀ ਲੈ ਰਿਹਾ, ਹੋਰ ਵੀ ਲੈ ਰਿਹਾ। ਲੇਕਿਨ ਹੁਣ ਭਾਰਤ ਨਾਲ ਮੈਂ ਸਮਝਦਾ ਪੰਗਾ ਲੈ ਕੇ ਉਹਨਾਂ ਨੇ ਗਲਤੀ ਕੀਤੀ ਹੈ। ਇਹ ਪੂਰਾ ਵਰਲਡ ਉਹਨਾਂ ਨੂੰ ਘੇਰਨ ਨੂੰ ਫਿਰਦਾ ਹੈ, ਲੇਕਿਨ ਹਿੰਦੁਸਤਾਨ ਜਿਸ ਤਰ੍ਹਾਂ ਮੋਦੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ, ਉਹਨੂੰ ਜਿਹੜੇ ਸਾਡੇ ਸ਼ਹੀਦ ਹੋਏ ਆ, ਉਹ ਸ਼ਹੀਦਾਂ ਦਾ ਜਿਹੜਾ ਬਲੀਦਾਨ ਹੈ ਉਹ ਵਿਅਰਥ ਨਹੀਂ ਜਾਏਗਾ। ਔਰ ਮੋਦੀ ਸਾਹਿਬ ਦੇ ਨੇ ਜੋ ਕਦੇ ਸ਼ਬਦ ਯੂਜ਼ ਕੀਤੇ ਆ, ਉਹ ਸ਼ਬਦਾਂ ਦਾ ਪਾਲਣ ਹੋਇਆ। ਰਜਨੀਸ਼ ਜੀ ਇੱਕ ਮਿੰਟ, ਲਾਸਟ ਆਣਾ ਰਜਨੀਸ਼ ਜੀ, ਕੀ ਸਾਨੂੰ ਇਹ ਚਾਹੀਦਾ ਨਹੀਂ ਹੁਣ ਇਸ ਵੇਲੇ ਵੀ ਚਾਈਨਾ ਦਾ ਬਾਈਕਾਟ ਕਰੀਏ? ਕਿ ਚਾਈਨਾ ਦੇ ਇਸ ਵੇਲੇ $6 ਅਰਬ ਮੈਂ ਪਹਿਲਾਂ ਵੀ ਕਹਿ ਚੁੱਕਾ, ਇਨਵੈਸਟ ਕਰ ਚੁੱਕਾ ਇੰਡੀਆ 'ਚ, ਉਹਨੂੰ ਵੀ ਉਨੀ ਜ਼ਰੂਰਤ ਹੈ ਜਿੰਨੀ ਭਾਰਤ ਨੂੰ, ਇਹ 'ਚ ਕੋਈ ਸ਼ੱਕ ਨਹੀਂ ਹੈ। ਦੋਨੋਂ ਪਾਸੇ ਵਪਾਰ ਜੂਤਾ, ਲੇਕਿਨ ਅੱਜ ਅਗਰ ਸਬਕ ਸਿਖਾਣਾ, ਇਹ ਵੀ ਇੱਕ ਆਰਥਿਕ ਸਥਿਤੀ ਨੂੰ ਜਿਹੜੀ ਸੱਟ ਮਾਰਨੀ ਆ, ਕਿਉਂਕਿ ਵਰਲਡ ਨੇ ਵੀ ਉਹਨਾਂ ਨੂੰ ਜਿਹੜਾ ਹੈ ਬਿਲਕੁਲ ਇੱਕ ਕਿਨਾਰੇ ਕਰ ਦਿੱਤਾ ਵੀ, ਕਿਉਂਕਿ ਕਰੋਨਾ ਕਰਕੇ ਜਦੋਂ ਤੁਸੀਂ ਗੱਲ ਕਹੀ ਆ, ਵਰਲਡ ਨੇ ਵੀ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ, ਅਮਰੀਕਾ ਸਮੇਤ ਸਾਰਾ ਯੂਰਪ ਇੱਕ ਪਾਸੇ ਹੋ ਗਿਆ। ਕੀ ਸਮਝਦਾ ਵੀ ਹੁਣ ਹਿੰਦੁਸਤਾਨ ਨੂੰ ਇਹ ਐਕਸ਼ਨ ਲੈਣਾ ਚਾਹੀਦਾ? ਤੁਸੀਂ ਬਹੁਤ ਜਿਹੜਾ ਭਾਰਤ ਸਾਹਿਬ ਨੇ ਜਿਹੜਾ ਮੋਦੀ ਸਾਹਿਬ ਨੇ ਕਿਹਾ ਆਤਮ ਨਿਰਭਰ ਭਾਰਤ, ਕੀ ਬੰਨਣਾ ਨਹੀਂ ਚਾਹੀਦਾ ਕਿ ਅਸੀਂ ਹਮੇਸ਼ਾ ਹੀ ਸ਼ੁਰੂ ਤੋਂ ਚਾਈਨਾ ਦੇ ਸਿਰ ਤੇ ਰਵਾਂਗੇ? ਬਿਲਕੁਲ ਤੁਸੀਂ ਸਹੀ ਕਿਹਾ। ਮੋਦੀ ਜੀ ਨੇ ਆਪਣੇ ਪਿੱਛੇ ਗੱਲ ਵੀ ਕਹੀ ਕਿ ਲੋਕਲ ਦੇ ਲਈ ਅਸੀਂ ਵੋਕਲ ਹੋ ਜਾਈਏ। ਜੀ। ਚਾਈਨਾ ਦਾ ਸਾਡੇ ਹਿੰਦੁਸਤਾਨ ਦੇ ਬਾਜ਼ਾਰ ਤੇ 26% ਕਬਜ਼ਾ। ਜੀ। ਦੇਖੋ ਸਰਕਾਰਾਂ ਨੇ ਫੈਸਲੇ ਲੈਣੇ ਨੇ, ਲੇਕਿਨ ਮੰਨਣਾ ਜਨਤਾ ਨੇ ਆ। ਮੈਂ ਤੁਸੀਂ ਇਹ ਸਵਾਲ ਕੀਤਾ, ਮੈਂ ਤੁਹਾਡੇ ਚੈਨਲ ਦੇ ਰਾਹੀਂ ਮੈਂ ਸਾਰੀ ਜਨਤਾ ਨੂੰ ਵੀ ਅਪੀਲ ਕਰਦਾ, ਔਰ ਅਸੀਂ ਇਹ ਕਹਿੰਦੇ ਆ ਕਿ ਇਹ ਜਿੰਨਾ ਚਾਈਨਾ ਦਾ ਸਮਾਨ ਆ ਜੀ, ਅਗਰ ਅੱਜ ਜਨਤਾ ਉੱਠ ਖੜੀ ਹੋਵੇ, ਆਪਣੇ ਉਹਨਾਂ ਨੌਜਵਾਨ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਨੇ, ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਆ ਕਿ ਅਸੀਂ ਚਾਈਨਾ ਦੇ ਸਮਾਨ ਦਾ ਬਾਈਕਾਟ ਕਰ ਦਈਏ।
ਚਾਈਨਾ ਆਪਣੀ ਮੌਤ ਆਪ ਮਰਨ ਵਾਲਾ। 130 ਜੇ ਕਰੋੜ ਅਸੀਂ ਨਹੀਂ ਕਰਦੇ, ਜੇ ਅਸੀਂ ਨਹੀਂ ਜੀ। ਕਰਦੇ, ਦੇਖੋ ਇਹਦੇ ਲਈ ਸਰਕਾਰਾਂ ਕੋਈ ਕਿਸੇ ਦੇ ਗਨ ਪੁਆਇੰਟ ਤੇ ਲੈ ਕੇ ਕਿਸੇ ਨੂੰ ਖਰੀਦਦਾਰੀ ਤੋਂ ਨਹੀਂ ਰੋਕ ਸਕਦੀਆਂ। ਇਹਦੇ ਲਈ ਜਨਤਾ ਨੂੰ ਉੱਠ ਖੜਾ ਹੋਣੇਗਾ। ਜਨਤਾ ਜਦੋਂ ਕਿਸੇ ਗੱਲ ਲਈ ਆਵਾਜ਼ ਬੁਲੰਦ ਹੁੰਦੀ ਆ ਤਾਂ ਵੱਡੀਆਂ ਵੱਡੀਆਂ ਕ੍ਰਾਂਤੀਆਂ ਹੋ ਜਾਂਦੀਆਂ ਨੇ, ਤਖਤੇ ਪਲਟ ਹੋ ਜਾਂਦੇ ਨੇ। ਅੱਜ ਜਨਤਾ ਨੂੰ ਉੱਠਣ ਦੀ ਆਵਾਜ਼ ਆ ਵੀ ਆਪਣੇ ਦੇਸ਼ ਲਈ ਉੱਠ ਕੇ ਖੜੇ ਹੋ ਜਾਣ। ਜੀ ਹਾਂਜੀ ਕਰਨ ਸਾਹਿਬ ਮੈਂ ਪ੍ਰਵੀਨ ਜੀ ਨੇ ਇੱਕ ਗੱਲ ਕਹੀ ਸੀ ਜਿਹੜੀ ਰੋਡ ਦੀ ਹੈ ਨਾ, ਮੈਂ ਉੱਤੇ ਇੱਕ ਇੰਪੋਰਟੈਂਟ ਗੱਲ ਕਰ ਰਿਹਾ ਜੀ। ਜਿਹੜੀ DBO ਦਰਬਕ ਰੋਡ ਹੈ ਉਹ ਕਾਫੀ ਦੇਰ ਤੋਂ ਬਣ ਰਹੀ ਸੀ, ਕੰਟੀਨਿਊਸਲੀ ਕੰਮ ਹੋ ਰਿਹਾ, 25-30 ਸਾਲਾਂ ਤੋਂ ਹੋ ਰਿਹਾ ਜੀ। ਉਹ ਰੋਡ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਤੇ ਚਾਈਨਾ ਗੈਲਵਨ ਹਾਈਟ ਤੋਂ ਉਸ ਦੀ ਆਬਜ਼ਰਵੇਸ਼ਨ ਕਰਦਾ ਹੈ ਜੀ। ਔਰ ਉਹ ਆਬਜ਼ਰਵੇਸ਼ਨ ਗੈਲਵਨ ਹਾਈਟ ਤੋਂ ਇਸੇ ਕਰਕੇ ਜੋ ਗੈਲਵਨ ਵੈਲੀ ਦੇ ਹਾਈਟਸ ਨੇ ਪਿੱਛੇ ਨਹੀਂ ਹਟ ਰਿਹਾ, ਕਿਉਂਕਿ ਉੱਥੋਂ ਉਹ ਰੋਡ ਨੂੰ ਉਹਨੂੰ ਆਬਜ਼ਰਵ ਕਰਨਾ ਚਾਹੁੰਦਾ ਹੈ। ਪਰ ਉਹਨੂੰ ਵੱਡਾ ਆਬਜੈਕਸ਼ਨ ਉਸ ਤੇ ਨਹੀਂ ਹੈ। ਆਬਜੈਕਸ਼ਨ ਕਿੱਥੇ ਹੈ? ਸਹਾਇਕ ਰਿਵਰ ਦੇ ਉੱਤੇ ਅਸੀਂ ਇੱਕ ਬ੍ਰਿਜ ਬਣਾਇਆ, ਰੀਸੈਂਟਲੀ ਬਣਿਆ ਜੋ 1.5 ਸਾਲ ਚ। ਉੱਥੋਂ ਅਸੀਂ PP14 ਜਿਹੜਾ ਹੈ ਪੈਟਰੋਲ ਪੁਆਇੰਟ 14 ਹੈ, ਉੱਥੇ ਨੂੰ ਇੱਕ ਰੋਡ ਬਣਾਉਣੀ ਸ਼ੁਰੂ ਕੀਤੀ ਹੈ ਜੀ। ਇਹ ਇੱਕ ਵੱਡਾ ਕੰਡਾ ਜੋ ਉਹਨੂੰ ਹੁਣ ਚੁਭਿਆ ਹੈ, ਕਿਉਂਕਿ ਇਸ ਤੋਂ ਅਸੀਂ ਜਿਹੜਾ ਹੁਣ ਪਹਿਲਾਂ ਅਸੀਂ ਇਸ ਪਾਸੇ ਨੂੰ ਵਧ ਰਹੇ ਸੀ, ਹੁਣ ਅਸੀਂ ਇਸ ਪਾਸੇ ਨੂੰ ਜਿੱਧਰ ਚਾਈਨਾ ਹੈ ਉਧਰ ਨੂੰ ਰੋਡ ਬਣਾ ਰਹੇ ਹਾਂ ਔਰ ਉਹ ਗੈਲਵਨ ਵੈਲੀ ਵੱਲ ਜਾ ਰਹੀ ਹੈ। ਇਸ ਕਰਕੇ ਜਿਹੜੀ ਹੈ ਗੈਲਵਨ ਰਿਵਰ ਦੇ ਨਾਲ ਨਾਲ ਬਣ ਰਹੀ ਹੈ ਬ੍ਰਿਜ, ਅਸੀਂ ਬਣਾ ਲਿਆ ਸਹਾਇਕ ਰਿਵਰ ਤੇ। ਉਹ ਇੱਕ ਵੱਡਾ ਕੰਡਾ ਹੈ ਕਿ ਉੱਥੋਂ ਸਾਡਾ ਜਿਹੜਾ ਪੈਟਰੋਲਿੰਗ ਪੁਆਇੰਟ ਤੱਕ ਪੱਕੀ ਰੋਡ ਬਣ ਜਾਏਗੀ। ਉਹ ਉਹਨਾਂ ਨੂੰ ਮਨਜ਼ੂਰ ਨਹੀਂ ਹੈ, ਇਸ ਕਰਕੇ ਉੱਥੇ ਪੂਰੀ ਫੋਰਸ ਨਾਲ ਉਹਨਾਂ ਨੇ ਰਜਿਸਟ ਕੀਤਾ ਵੀ ਇੱਧਰ ਇੰਡੀਅਨ ਆਰਮੀ ਨਾ ਆਵੇ। ਇਸ ਕਰਕੇ ਉਹਨਾਂ ਨੂੰ ਇਹ ਤਕਲੀਫ ਹੈ ਕਿ ਇਹ ਜਿਹੜਾ ਇਨਫਰਾਸਟ੍ਰਕਚਰ ਹੈ ਸਾਡੇ ਅਗੇਂਸਟ ਵਰਤਿਆ ਜਾਏ। ਮੈਂ ਇਹ ਗੱਲ ਨੂੰ ਐਡ ਕਰਦਾ। ਇਸ ਟਾਈਮ ਵੀ ਉਹ ਜਿਹੜੇ ਛੋਟੇ ਛੋਟੇ ਪ੍ਰੋਜੈਕਟ ਹੈ ਉਹਨਾਂ ਦੇ ਉੱਪਰ ਝਾਰਖੰਡ ਦੀ ਕਰੀਬ 1600 ਵਰਕਰ ਉਸ ਪ੍ਰੋਜੈਕਟਾਂ ਤੇ ਕੰਮ ਕਰ ਰਿਹਾ। ਬਿਲਕੁਲ ਇਹਨਾਂ ਨੇ ਸਹੀ ਕਿਹਾ, ਜਿਹੜਾ ਉਹ ਪੁਲ ਹੈ ਉਹ ਵੀ ਉਹਨੂੰ ਵੱਡਾ ਕੰਡਾ ਸੀ, ਪਰ ਚਾਈਨਾ ਨੂੰ ਹਮੇਸ਼ਾ ਕੰਡਾ ਲੱਗਦਾ ਰਿਹਾ ਹੈ ਜਦ ਹਿੰਦੁਸਤਾਨ ਨੇ ਤਰੱਕੀ ਕੀਤੀ ਹੈ। 370 ਦੀ ਧਾਰਾ ਤੇ ਵੀ ਚਾਈਨਾ ਨੂੰ ਕੰਡਾ ਲੱਗਿਆ ਸੀ, CA ਤੇ ਵੀ ਚਾਈਨਾ ਨੂੰ ਕੰਡਾ ਲੱਗਿਆ ਸੀ। ਚਾਈਨਾ ਨੂੰ ਲੱਗਦਾ ਵੀ ਜੇ ਹਿੰਦੁਸਤਾਨ ਮਜ਼ਬੂਤ ਹੋ ਗਿਆ, ਅਮਰੀਕਾ ਦੇ ਨਾਲ ਸੰਬੰਧ ਬਣ ਰਹੇ ਹੈ, ਚਾਈਨਾ ਨੂੰ ਧੱਕਾ ਲੱਗਿਆ। ਕਰੋਨਾ ਤੇ ਜੋ ਚਾਈਨਾ ਨੇ ਵਰਲਡ ਦੇ ਨਾਲ ਕੀਤਾ, ਚਾਈਨਾ ਦੀਆਂ ਕੰਪਨੀਆਂ ਹਿੰਦੁਸਤਾਨ 'ਚ ਸ਼ਿਫਟ ਕਰ ਰਹੀਆਂ, ਚਾਈਨਾ ਨੂੰ ਕੰਡਾ ਲੱਗਿਆ, ਕੰਡੇ ਹੋਰ ਵੀ ਲੱਗਣਗੇ। ਲੇਕਿਨ ਜਿਹੜੀ ਆਹ ਗਲਤੀ ਉਹਨੇ ਕੀਤੀ ਹੈ, ਇਹ ਵੱਡਾ ਕੰਡਾ ਨਹੀਂ ਲੱਗੂਗਾ, ਇਹਦਾ ਵੱਡਾ ਐਕਸ਼ਨ ਹੋਏਗਾ। ਸਾਨੂੰ ਸਾਡੀ ਸਰਕਾਰ ਤੇ ਭਰੋਸਾ ਹੈ। ਬਿਲਕੁਲ ਇਹਦਾ ਵੱਡਾ ਐਕਸ਼ਨ ਹੋਣਾ ਚਾਹੀਦਾ। ਇਹੀ ਦੇਸ਼ ਮੰਗਦਾ ਅੱਜ ਕੇਂਦਰ ਸਰਕਾਰ ਕੋਲੋਂ, ਕਿਉਂਕਿ ਤੁਸੀਂ ਜਦੋਂ ਪਾਕਿਸਤਾਨ ਨੇ ਵੀ ਇਸ ਤੇ ਸੋਚਿਆ ਸੀਗਾ ਕਿ ਭਾਰਤ ਨਾਲ ਪੰਗਾ ਲੈਣਾ, ਤੇ ਉਹਦਾ ਵੀ ਕੰਡਾ ਕੱਢਿਆ ਗਿਆ ਸੀ। ਚਾਹੇ ਅੱਜ ਕਿਸੇ ਤਰੀਕੇ ਨਾਲ ਵੀ ਚਾਈਨਾ ਸੋਚ ਲਵੇ, ਲੇਕਿਨ ਇੱਕ ਗੱਲ ਇਸ ਮੰਚ ਤੋਂ ਜ਼ਰੂਰ ਆਈ ਆ ਕਿ ਸਭ ਤੋਂ ਪਹਿਲਾਂ ਸਾਡਾ ਇਹ ਕੰਮ ਹੋਏਗਾ ਵੀ ਅਸੀਂ ਚਾਈਨਾ ਨੂੰ ਬਾਈਕਾਟ ਕਰਨਾ। ਉਹਦੇ ਸਮਾਨ ਜਿਹੜਾ ਵੀ ਅਸੀਂ, ਚਾਹੇ ਸਾਨੂੰ ਕਿੰਨੀ ਵੀ ਜ਼ਰੂਰਤ ਹੋਵੇ, ਕਿੰਨਾ ਵੀ ਸਸਤਾ ਹੋਵੇ, ਅਸੀਂ ਨਹੀਂ ਲੈਣਾ। ਪਹਿਲਾਂ ਇੱਕ ਸੱਚੇ ਭਾਰਤੀ ਹੋਣ ਦੇ ਨਾਤੇ ਸਾਨੂੰ ਇੱਕ ਪ੍ਰਣ ਰਹਿਣਾ ਪਊਗਾ। ਚੈਨਲ ਤੋਂ ਵੀ ਅਸੀਂ 2 ਮਿੰਟ ਦੀ ਸ਼ਰਧਾਂਜਲੀ ਪੇਸ਼ ਕਰਦੇ ਹਾਂ ਔਰ ਨਮਨ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ, ਤਾਂ ਕਿ ਅੱਜ ਤੋਂ ਬਾਅਦ ਵੈਸੇ ਤਾਂ ਅਸੀਂ ਇਹ ਦੁਆ ਕਰਾਂਗੇ ਇਸ ਪਰਮ ਪਿਤਾ ਪ੍ਰਮਾਤਮਾ ਵੀ ਕੋਈ ਵੀ ਸਾਡੀ ਸਰਹੱਦ ਦੇ ਉੱਤੇ ਸਾਡੇ ਦੇਸ਼ ਦਾ ਕੋਈ ਜਵਾਨ ਸ਼ਹੀਦ ਨਾ ਹੋਵੇ। ਤੇ ਚਾਈਨਾ ਨੂੰ ਵੀ ਅਸੀਂ ਵਾਰਨਿੰਗ ਦੇਣਾ ਚਾਹੁੰਦੇ ਹਾਂ ਵੀ ਜਿਹੜੀ ਗਲਵਾਨ ਘਾਟੀ ਦੀ ਇਹ ਤੁਸੀਂ ਘਿਨਾਉਣੀ ਹਰਕਤ ਕੀਤੀ ਆ, 1 ਇੰਚ ਵੀ ਭਾਰਤ ਤੁਹਾਨੂੰ ਨਹੀਂ ਦੇਗਾ। ਚਾਹੇ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਇਹ 1962 ਦਾ ਭਾਰਤ ਨਹੀਂ। ਅੱਜ ਭਾਰਤ ਸਾਰੀ ਦੁਨੀਆ ਨੂੰ ਲੋਹਾ ਲੈ ਸਕਦਾ। ਅੱਜ ਭਾਰਤ ਨਾਲ ਪੂਰਾ ਯੂਰਪ ਖੜਾ, ਪੂਰੇ ਹੋਰ ਦੇਸ਼ ਵੀ ਖੜੇ ਆ। 126 ਦੇਸ਼ਾਂ ਨੇ ਅੱਜ ਸਮਝੌਤਾ ਕਰ ਲਿਆ। ਇਸੇ ਕਰਕੇ ਚਾਈਨਾ ਨੂੰ ਇਹ ਖੜਕ ਲੱਗ ਰਹੀ ਹੈ। ਆਉਣ ਵਾਲੇ ਟਾਈਮ 'ਚ ਇਹ ਚਰਚਾ ਜਾਰੀ ਰੱਖਾਂਗੇ। ਹੁਣ ਰਜੇਸ਼ ਮੈਨੂੰ ਦਿਓ ਇਜਾਜ਼ਤ। ਪੈਨਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।